ਨਾਨਕ ਪਗ ਪੰਕਜ ਬੰਦਨ ਪਗ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ। ਸ੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਧਰੋਂ ਧਰਾ ਪਰ ਪੁੰਨ ਪੁੰਨ ਸੀਸਾ ਪੁੰਨ ਪੁੰਨ ਸੀਸਾ। ਬੰਦਹੁ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਤ ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਾਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜਹਰਾ ਜਹੂਰ ਸਰਬ ਕਲਾ ਭਰਪੂਰ। ਲੋਕ ਪਰਲੋਕ ਵਿੱਚ ਦਾਸਾਂ ਗਰੀਬਾਂ ਦੀ ਇੱਜ਼ਤ ਰੱਖਣ ਵਾਲੇ ਪੱਤ ਰੱਖਣ ਵਾਲੇ ਦਇਆ ਕਰਨ ਵਾਲੇ ਮਿਹਰ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ ਹਾਜ਼ਰਾ ਹਜੂਰ ਸੱਚੇ ਪਾਤਸ਼ਾਹ ਗਰੀਬ ਨਵਾਜ ਚਾਵਰ ਛਤਰ ਤਖਤ ਦੇ ਮਾਲਕ ਵੱਡੀ ਉਪਮਾ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ। ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਚਾਵਰ ਛਤਰ ਤਖਤ ਦੇ ਮਾਲਕ ਸਭਨਾਂ ਦੇ ਸਾਂਝੇ ਸਤਿਗੁਰੂ। ਧੰਨ ਧੰਨ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਭ ਸਿੱਖ ਸੰਗਤ ਦੋਵੇਂ ਹੱਥ ਜੋੜੋ ਸਭ ਸਿੱਖ ਸੰਗਤ ਉਚਾਰਨ ਕਰੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਹੋਈ ਹੈ ਰਹਿਮਤ ਹੋਈ ਹੈ ਬਖਸ਼ਿਸ਼ ਹੋਈ ਹੈ। ਆਪ ਜੀ ਮਹਾਰਾਜ ਜੀ ਦੀ ਪਵਿੱਤਰ ਹਾਜ਼ਰੀ ਵਿੱਚ ਸੱਜ ਕੇ ਬੈਠੇ। ਬਾਹਰ ਮੀਂਹ ਪੈ ਰਿਹਾ
ਫਿਰ ਵੀ ਤੁਸੀਂ ਮਹਾਰਾਜ ਜੀ ਦੀ ਹਾਜ਼ਰੀ ਵਿੱਚ ਆਏ ਹੋ। ਝੱਖੜ ਝਾਂਗੀ ਮੀਂਹੋਂ ਵਰਸੈ ਭੀ ਗੁਰ ਦੇਖਣ ਜਾਈ। ਅਵਸਥਾ ਬਾਹਰ ਦੇ ਮਾਹੌਲ ਦੀ ਜਿਸ ਤਰ੍ਹਾਂ ਦੀ ਵੀ ਹੈ, ਮਹਾਰਾਜ ਦੀ ਹਾਜ਼ਰੀ ਵਿੱਚ ਆਏ ਹੋ, ਇਹਦਾ ਹੋਰ ਬਹੁਤਾ ਵੱਡਾ ਤੁਹਾਨੂੰ ਲਾਭ ਹੋਏਗਾ ਜੀ। ਇੱਕ ਤੇ ਆਮ ਆਉਣਾ ਜੀ, ਇੱਕ ਇਹੋ ਜਿਹੇ ਮੌਸਮ ਵਿੱਚ ਕੱਪੜੇ ਗਿੱਲੇ ਹੋ ਗਏ ਨੇ ਤਾਂ ਵੀ ਤੁਸੀਂ ਆ ਕੇ ਬੈਠੇ ਹੋ, ਇਹਦਾ ਤੁਹਾਨੂੰ ਹੋਰ ਵੱਡਾ ਲਾਭ ਪ੍ਰਾਪਤ ਹੋਏਗਾ, ਹੋਰ ਜ਼ਿਆਦਾ ਲਾਭ ਪ੍ਰਾਪਤ ਹੋਏਗਾ। ਕਿਉਂ? ਪ੍ਰੇਮ ਇੱਥੋਂ ਪਰਖਿਆ ਜਾਂਦਾ ਜੀ। ਵੀ ਆਪਾਂ ਮਹਾਰਾਜ ਜੀ ਦੀ ਹਾਜ਼ਰੀ ਵਿੱਚ ਮੀਂਹ ਦੇ ਸਮੇਂ ਵਿੱਚ ਕਿ ਕੇਵਲ ਮੀਂਹ ਤੋਂ ਡਰਦੇ ਹੋਏ ਤਾਂ ਨਹੀਂ ਰਹਿ ਰਹੇ ਜੀ। ਹਾਂਜੀ, ਮੀਂਹ ਤੋਂ ਡਰਦੇ ਹੋਏ ਤਾਂ ਨਹੀਂ ਰਹਿ ਰਹੇ। ਤੇ ਇਹ ਮਨ ਬੜਾ ਗੁਰਮੁਖੋਂ ਖਰਾਬ ਹੈਗਾ ਜੀ। ਮਨ ਤੇ ਅੱਗੇ ਬਹਾਨੇ ਲੱਭਦਾ ਵੀ ਇਹ ਨਾ ਹੀ ਸੰਗਤ ਵਿੱਚ ਜਾਇਆ ਜਾਏ ਜੀ। ਫਿਰ ਮਨ ਮੀਂਹ ਦਾ ਬਹਾਨਾ ਵੀ ਬਣਾ ਲੈਂਦਾ ਵੀ ਬਾਹਰ ਮੀਂਹ ਪੈ ਰਿਹਾ ਤੇ ਅੱਜ ਆਪਾਂ ਨਹੀਂ ਜਾਣਾ ਜੀ। ਉਹ ਬਸ ਜਦੋਂ ਬੰਦਾ ਮਨ ਦੀ ਸੁਣ ਲੈਂਦਾ ਜੀ, ਫਿਰ ਰਹਿੰਦਾ ਰਹਿ ਜਾਂਦਾ ਜੀ। ਆਪ ਜੀ ਮਹਾਰਾਜ ਜੀ ਦੀ ਹਾਜ਼ਰੀ ਵਿੱਚ ਚੱਲ ਕੇ ਆਏ ਹੋ। ਸੱਚੇ ਪਾਤਸ਼ਾਹ ਆਪ ਸਾਰੀ ਸੰਗਤ ਤੇ ਬਹੁਤੀ ਬਹੁਤੀ ਕਿਰਪਾ ਕਰਨ, ਬਹੁਤ ਬਹੁਤ ਜ਼ਿਆਦਾ ਦਇਆ ਕਰਨ, ਰਹਿਮਤਾਂ ਕਰਨ। ਸੱਚੇ ਪਾਤਸ਼ਾਹ ਗੁਰਬਾਣੀ ਪੜ੍ਹਨ ਸੁਣਨ ਦੇ ਵਿੱਚ ਸਾਡਾ ਧਿਆਨ ਲੱਗੇ, ਸਤਿਗੁਰੂ ਜੀ ਦੇ ਚਰਨਾਂ ਦੇ ਨਾਲ ਸਾਡਾ ਪਿਆਰ ਪਵੇ। ਐਸੀ ਸੱਚੇ ਪਾਤਸ਼ਾਹ ਸਾਡੇ ਗਰੀਬਾਂ ਤੇ ਕਿਰਪਾ ਕਰਨ ਜੀ। ਫਿਰ ਬੇਨਤੀ ਹੈ, ਉਵੇਂ ਦੇ ਮੌਸਮ ਰੋਜ਼ ਦੀ ਤਰ੍ਹਾਂ ਆਉਣਾ ਗੱਲ ਵੱਖਰੀ ਹੈ, ਇਸ ਤਰ੍ਹਾਂ ਚਲੋ ਚੱਲ ਕੇ ਆਉਣਾ ਉਰੋਂ ਜ਼ਿਆਦਾ ਕਿਰਪਾ ਬੰਦੇ ਤੇ ਵਰਤਦੀ ਜੀ, ਜ਼ਿਆਦਾ ਵਰਤਦੀ ਹੈ। ਸੋ ਆਪ ਜੀ ਚੱਲ ਕੇ ਆਏ ਹੋ। ਭਾਈ ਸਾਹਿਬ ਜੀ ਆਪ ਜੀ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ। ਸੋਹੀ ਰਾਗ ਦੇ ਅੰਦਰ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਹੈ, ਉਹਦਾ ਭਾਈ ਸਾਹਿਬ ਜੀ ਨੇ ਕੀਰਤਨ ਆਪ ਜੀ ਨੂੰ ਸਰਵਣ ਕਰਾਇਆ। ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਮਹਾਰਾਜ ਕਹਿੰਦੇ ਭਾਈ ਗੁਰਮੁਖ ਪਿਆਰਿਓ, ਜਪੋ ਕਹਿਣ ਲੱਗੇ, ਇੱਕ ਵਾਹਿਗੁਰੂ ਜੀ ਦਾ ਨਾਮ ਜਪੋ ਕਹਿਣ ਲੱਗੇ, ਬਾਕੀ ਸਭ ਕੰਮ ਵਿਅਰਥ ਨੇ ਜੀ। ਬੰਦਾ ਮੰਨੇ ਜਾਂ ਨਾ ਮੰਨੇ, ਰੱਬ ਦੀ ਦਰਗਾਹ ਵਿੱਚ ਬਾਕੀ ਕੰਮਾਂ ਦੀ ਕੋਈ ਵੈਲਿਊ ਨਹੀਂ ਹੈਗੀ ਜੀ। ਬੰਦਾ ਮੰਨੇ ਜਾਂ ਨਾ ਮੰਨੇ ਜੀ। ਵੱਖਰੀ ਗੱਲ ਅਸੀਂ ਸੌਂਦੇ ਆ, ਖਾਂਦੇ ਆ, ਪੀਂਦੇ ਆ ਸਰੀਰ ਵਾਸਤੇ ਜੀ, ਪਰ ਪਰਮੇਸ਼ਰ ਦੀ ਦਰਗਾਹ ਵਿੱਚ ਇਹਨਾਂ ਕੰਮਾਂ ਦੀ ਕੋਈ ਵੈਲਿਊ ਨਹੀਂ ਹੈਗੀ ਜੀ। ਉੱਥੇ ਇੱਕ ਵਾਹਿਗੁਰੂ ਜੀ ਦਾ ਜਪਿਆ ਹੋਇਆ ਨਾਮ ਪ੍ਰਵਾਨ ਹੈ। ਜਪੋ ਤਾਂ ਏਕੋ ਨਾਮਾ। ਮਹਾਰਾਜ ਕਹਿੰਦੇ ਇਸ ਕਰਕੇ ਜਪਿਆ ਕਰੋ, ਪ੍ਰੇਮ ਨਾਲ ਕਹੋ ਸਾਰੇ ਵਾਹਿਗੁਰੂ ਵਾਹਿਗੁਰੂ। ਮਹਾਰਾਜ ਕਹਿੰਦੇ ਕਹਿਆ ਕਰੋ, ਜਪਿਆ ਕਰੋ, ਬਾਕੀ ਸਭ ਕੰਮ ਵਿਅਰਥ ਹਨ। ਜਪੋ ਤਾਂ ਏਕੋ ਨਾਮਾ, 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 ਜਪੋ ਤਾਂ ਏਕੋ ਨਾਮਾ। ਅਵਰ ਨਿਰਾਫਲ ਕਾਮਾ, ਅਵਰ ਨਿਰਾਫਲ ਕਾਮਾ, ਅਵਰ ਨਿਰਾਫਲ ਕਾਮਾ, ਅਵਰ ਨਿਰਾਫਲ ਕਾਮਾ। ਜਪੋ ਤਾਂ ਏਕੋ ਨਾਮਾ, ਜਪੋ ਤਾਂ ਏਕੋ ਨਾਮਾ, ਜਪੋ ਤਾਂ ਏਕੋ ਨਾਮਾ, ਜਪੋ ਤਾਂ ਏਕੋ ਨਾਮਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, 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 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਆਪ ਜੀ ਨੇ ਬੜੇ ਪਿਆਰ ਦੇ ਨਾਲ ਸਤਿਗੁਰੂ ਜੀ ਦੀ ਪਵਿੱਤਰ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਜਪੋ ਤਾਂ ਏਕੋ ਨਾਮਾ, ਅਵਰ ਨਿਰਾਫਲ ਕਾਮਾ। ਸਤਿਗੁਰੂ ਜੀ ਦੀ ਪਵਿੱਤਰ ਗੁਰਬਾਣੀ ਦੇ ਕੀਰਤਨ ਸਰਵਣ ਕੀਤੇ ਨੇ। ਆਓ ਬੜੇ ਪ੍ਰੇਮ ਦੇ ਨਾਲ ਗੱਜ ਕੇ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸੱਚੇ ਪਾਤਸ਼ਾਹ ਗੁਰੂ ਨੌਵੇਂ ਪਾਤਸ਼ਾਹ ਜੀ ਦੀ ਪਵਿੱਤਰ ਕਥਾ, ਸੁਖ ਦੇਣ ਵਾਲੀ ਕਥਾ, ਇਤਿਹਾਸ ਦੀ ਕਥਾ ਆਪ ਜੀ ਸੁਣ ਰਹੇ ਹੋ। ਜੋ ਗੁਰੂ ਘਰ ਦਾ ਨਿਰੋਲ ਇਤਿਹਾਸ ਹੈ ਔਰ ਗੁਰੂ ਘਰ ਦੀ ਮਰਜ਼ਾਦਾ ਹੈ,
ਹਰ ਰੋਜ਼ ਸ਼ਾਮ ਦੇ ਸਮੇਂ ਜਾਂ ਤੀਜੇ ਪਹਿਰ ਗੁਰੂ ਕੇ ਸਿੱਖ ਨੇ ਇਸ ਇਤਿਹਾਸ ਦੀ ਵਿਚਾਰ ਕਰਨੀ ਹੈ। ਕਿਉਂ ਇਹ ਇਤਿਹਾਸ ਭਗਤੀ ਵਾਲਿਆਂ ਦਾ ਇਤਿਹਾਸ ਹੈ, ਇਹ ਇਤਿਹਾਸ ਕਮਾਈ ਵਾਲਿਆਂ ਦਾ ਇਹ ਇਤਿਹਾਸ ਹੈ। ਇਸ ਨੂੰ ਸੁਣਦਿਆਂ ਸੁਣਦਿਆਂ ਭਗਤੀ ਕਰਨ ਦਾ, ਕਮਾਈ ਕਰਨ ਦਾ ਬੰਦੇ ਦੇ ਅੰਦਰ ਚਾਉ ਉਪਜਦਾ ਹੈ। ਸਾਧ ਸੰਗਤ ਜੀ, ਆਪ ਜੀ ਨੇ ਸੁਣਿਆ ਧੰਨ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਕਾਰਾਗ੍ਰਹਿ ਵਿੱਚ ਬੈਠੇ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਲਾਗੇ ਨਾ ਨੀਂਦ ਹੈ ਨਾ ਭੁੱਖ ਹੈ ਜੀ। ਇਹੋ ਜਿਹੀਆਂ ਚੀਜ਼ਾਂ ਤੇ ਮਹਾਰਾਜ ਦੇ ਕਦੀ ਨੇੜੇ ਵੀ ਨਹੀਂ ਆਈਆਂ ਜੀ। ਹਾਂਜੀ, ਨਾ ਨੀਂਦ ਹੈ ਨਾ ਭੁੱਖ ਹੈ। ਤੇ ਔਰੰਗਜ਼ੇਬ ਇਹ ਸੋਚ ਰਿਹਾ ਵੀ ਵੱਧ ਤੋਂ ਵੱਧ ਮਹਾਰਾਜ ਸਾਹਿਬ ਜੀ ਨੂੰ ਤੰਗ ਕੀਤਾ ਜਾਵੇ। ਉਹਨੂੰ ਨਹੀਂ ਪਤਾ ਵੀ ਤੰਗੀ ਗੁਰੂ ਸਾਹਿਬ ਦੇ ਨੇੜੇ ਵੀ ਨਹੀਂ ਆਉਂਦੀ ਜੀ। ਉਹਦੇ ਤੋਂ ਬਾਅਦ ਤੁਸੀਂ ਸੁਣਿਆ ਮਹਾਰਾਜ ਅੰਮ੍ਰਿਤ ਵੇਲੇ ਜਦੋਂ ਇੱਕ ਪਹਿਰ ਰਾਤ ਰਹਿ ਜਾਂਦਾ ਸੀ ਨਾ, ਦਿਨ ਚੜ੍ਹਨ ਨੂੰ 3 ਘੰਟੇ ਜਦੋਂ ਰਹਿ ਜਾਂਦੇ ਸੀਗੇ, ਮਹਾਰਾਜ ਨੇ ਉਦੋਂ ਉੱਠਣਾ ਤੇ ਗੁਰਮੁਖੋ ਉਹ ਕਾਰਾਗ੍ਰਹਿ ਵਿੱਚ ਉਸੇ ਤਰ੍ਹਾਂ ਸਿਪਾਹੀਆਂ ਨੇ ਖਲੋਤੇ ਹੋਣਾ। ਉਹਨਾਂ ਨੂੰ ਇਹ ਮਹਿਸੂਸ ਹੋਣਾ ਵੀ ਮਹਾਰਾਜ ਬੈਠੇ ਨੇ, ਤਾਲਾ ਖੋਲ੍ਹਣਾ, ਮਹਾਰਾਜ ਦੇ ਚਰਨਾਂ 'ਚ ਜਿਹੜੇ ਉਹਨਾਂ ਪਾਏ ਸੀ ਆਪਣੇ ਵੱਲੋਂ ਦੀ ਸੰਗਲ ਦੀ, ਸਭ ਕੁਝ ਖੁੱਲ੍ਹ ਜਾਂਦਾ ਤੇ ਮਹਾਰਾਜ ਚੱਲ ਕੇ ਸੱਚੇ ਪਾਤਸ਼ਾਹ ਜਮਨਾ ਦਰਿਆ ਤੇ ਜਾਂਦੇ ਜੀ। ਉੱਥੇ ਹਰ ਰੋਜ਼ ਮਹਾਰਾਜ ਨੇ ਇਸ਼ਨਾਨ ਕਰਨਾ ਤੇ ਜਮਨਾ ਦਰਿਆ ਤੇ ਬੋਲ ਕੇ ਜਪਜੀ ਸਾਹਿਬ ਦਾ ਪਾਠ ਕਰਦੇ ਹੁੰਦੇ ਸੀਗੇ। ਸਿਪਾਹੀਆਂ ਨੂੰ ਇਹ ਗੱਲ ਦਾ ਪਤਾ ਨਹੀਂ ਸੀ ਲੱਗਦਾ ਹੁੰਦਾ ਜੀ। ਮਹਾਰਾਜ ਅੰਮ੍ਰਿਤ ਵੇਲੇ ਰਾਤ ਵਾਹਿਗੁਰੂ ਰੋ ਰਾਤ ਹੀ ਹੁੰਦੀ ਜੀ, ਤਕਰੀਬਨ ਦਿਨ ਨਹੀਂ ਚੜਿਆ ਹੁੰਦਾ। ਮਹਾਰਾਜ ਸੱਚੇ ਪਾਤਸ਼ਾਹ ਜਦੋਂ ਜਮਨਾ ਦਰਿਆ ਤੇ ਗਏ ਇਸ਼ਨਾਨ ਕਰਨ ਤੇ ਕੁਦਰਤੀ ਇੱਕ ਮੌਲਾਨੇ ਨੇ ਮਹਾਰਾਜ ਦੇ ਦਰਸ਼ਨ ਕਰ ਲਏ ਜੀ। ਅੰਮ੍ਰਿਤ ਵੇਲੇ ਗੁਰੂ ਜੀ ਦੇ ਦਰਸ਼ਨ ਬੜੀ ਵੱਡੀ ਗੱਲ ਹੈ, ਪਰ ਜੇ ਬੰਦੇ ਦੇ ਭਾਗ ਸਾਥ ਦੇਣ ਤਾਂ ਜੀ। ਹੁਣ ਇਹ ਵੀ ਬੜੀ ਹੈਰਾਨੀ ਦੀ ਗੱਲ ਹੈ, ਅਚਰਜਤਾਈ ਦੀ ਬਾਤ ਹੈ। ਸਿਪਾਹੀ ਜਿਹੜੇ ਨੇ ਉਹ ਗੁਰੂ ਸਾਹਿਬ ਦੇ ਦਰਸ਼ਨ ਨਹੀਂ ਕਰ ਪਾ ਰਹੇ, ਵੇਖ ਨਹੀਂ ਪਾ ਰਹੇ। ਉਹਨਾਂ ਲਈ ਮਹਾਰਾਜ ਬੈਠੇ, ਗੁਰੂ ਸਾਹਿਬ ਉਹਨਾਂ ਨੂੰ ਤੁਰਦੇ ਫਿਰਦੇ ਕਿਸੇ ਪ੍ਰਕਾਰ ਨਾਲ ਵੀ ਨਜ਼ਰ ਨਹੀਂ ਆ ਰਹੇ, ਪਰ ਮੌਲਾਨੇ ਦੀ ਦ੍ਰਿਸ਼ਟੀ ਵਿੱਚ ਆ ਗਏ ਜੀ, ਮੌਲਾਨੇ ਨੂੰ ਨਜ਼ਰ ਆ ਗਏ ਜੀ। ਤੁਸਾਂ ਸੁਣਿਆ ਸੰਗਤ ਨੇ, ਮੌਲਾਨਾ ਬੜਾ ਹੈਰਾਨ ਹੋਇਆ ਵੀ ਇਹਨਾਂ ਨੂੰ ਤੇ ਬਾਦਸ਼ਾਹ ਨੇ ਕੈਦ ਕੀਤਾ ਤੇ ਇੱਥੇ ਕਿਵੇਂ ਨੇ ਜੀ। ਮੌਲਾਨਾ ਬੜੇ ਤੇਜ਼ ਦਿਮਾਗ ਦਾ ਸੀਗਾ, ਉਹ ਕਹਿਣ ਲੱਗਾ ਕਿਤੇ ਭੱਜ ਨਾ ਜਾਣ। ਜਦੋਂ ਨੂੰ ਇਹਨਾਂ ਨੇ ਸ਼ਹਿਰ ਦੇ ਬਾਹਰ ਨਿਕਲਣਾ, ਔਰ ਉਹਨੂੰ ਦਿਨ ਚੜ੍ਹ ਜਾਣਾ, ਰੌਲਾ ਪਾ ਕੇ ਮੈਂ ਬੰਦਿਆਂ ਦੀ ਸਹਾਇਤਾ ਲੈ ਕੇ ਗੁਰੂ ਜੀ ਨੂੰ ਫੜ ਲਵਾਂਗਾ ਜੀ। ਮਹਾਰਾਜ ਸਾਹਿਬ ਦਾ ਮੌਲਾਨਾ ਪਿੱਛਾ ਕਰਨ ਲੱਗ ਪਿਆ ਜੀ, ਤੇ ਪਿੱਛਾ ਕਰਦਾ ਕਰਦਾ ਹੈਰਾਨ ਇਸ ਗੱਲੋਂ ਹੋ ਗਿਆ ਵੀ ਮਹਾਰਾਜ ਸੱਚੇ ਪਾਤਸ਼ਾਹ ਇਸ਼ਨਾਨ ਕਰਕੇ ਬਾਣੀ ਪੜ੍ਹ ਕੇ ਤੇ ਵਾਪਸ ਫਿਰ ਕਾਰਾਗ੍ਰਹਿ ਵਿੱਚ ਹੀ ਜਾ ਕੇ ਬੈਠ ਗਏ ਜੀ। ਇਸ ਗੱਲੋਂ ਬੜਾ ਹੈਰਾਨ ਹੋ ਗਿਆ ਵੀ ਛੁੱਟੇ ਛੁੱਟੇ ਕਾਰਾਗ੍ਰਹਿ ਵਿੱਚ ਵਾਪਸ ਜਾਣ ਦੀ ਕੀ ਲੋੜ ਸੀਗੀ। ਫਿਰ ਉਹਨੇ ਇਹ ਵਿਚਾਰ ਕੀਤੀ ਵੀ ਇਹ ਨਾ ਹੋਵੇ ਕਿ ਲੋਕਾਂ ਵਾਹਿਗੁਰੂ ਕਾਰਾਗ੍ਰਹਿ ਵਿੱਚ ਜਿਹੜੇ ਸਿਪਾਹੀ ਖਲੋਤੇ ਨੇ ਉਹਨਾਂ ਨੂੰ ਮਹਾਰਾਜ ਨੇ ਪੈਸੇ ਦਿੱਤੇ ਹੋਣ ਤੇ ਰਿਸ਼ਵਤ ਲੈ ਕੇ ਉਹ ਬਾਹਰ ਆ ਜਾਣ ਦਿੰਦੇ ਹੋਣ ਜੀ। ਔਰੰਗਜ਼ੇਬ ਦੇ ਕੋਲ ਪਹੁੰਚਿਆ ਜਦੋਂ ਦਿਨ ਚੜ੍ਹਿਆ। ਔਰੰਗਜ਼ੇਬ ਨੂੰ ਉਹਨੇ ਦੱਸਿਆ ਵੀ ਬਾਦਸ਼ਾਹ, ਮੈਂ ਆਪਣੀਆਂ ਅੱਖਾਂ ਨਾਲ ਵੇਖਿਆ ਗੁਰੂ ਤੇਗ ਬਹਾਦਰ ਸਾਹਿਬ ਇਸ਼ਨਾਨ ਕਰ ਰਹੇ ਸਨ ਜਮਨਾ ਦੇ ਕਿਨਾਰੇ ਤੇ, ਉੱਥੇ ਉਹਨਾਂ ਬਾਣੀ ਵੀ ਪੜ੍ਹੀ ਹੈ। ਇਹ ਕਿਵੇਂ ਹੋ ਸਕਦਾ? ਉਹ ਤੇ ਕਾਰਾਗ੍ਰਹਿ ਵਿੱਚ ਨੇ, ਸਾਡੇ ਬੰਦੇ ਬੇਈਮਾਨ ਹੈਗੇ ਨੇ ਜਿਹੜੇ ਉਹਨਾਂ ਨੂੰ ਬਾਹਰ ਆ ਜਾਣ ਦੇ ਰਹੇ ਨੇ। ਇਹਦਾ ਮਤਲਬ ਸਾਡੇ ਬੰਦਿਆਂ ਨੇ ਰਿਸ਼ਵਤ ਲਈ ਉਹਨਾਂ ਕੋਲੋਂ। ਔਰੰਗਜ਼ੇਬ ਨੇ ਦਰੋਗੇ ਨੂੰ ਸੱਦਿਆ ਤੇ ਦਰੋਗੇ ਨੂੰ ਸੱਦ ਕੇ ਪੁੱਛਿਆ ਵੀ ਇਹ ਗੱਲ ਸੱਚੀ ਹੈ। ਦਰੋਗਾ ਤਰਲੇ ਤੇ ਦਵਾਈਆਂ ਲਵੇ ਵੀ ਮੈਂ ਦਿਨ ਰਾਤ ਮੇਰੇ ਬੰਦੇ ਉੱਥੇ ਖਲੋਤੇ, ਗੁਰੂ ਜੀ ਕਿਤੇ ਵੀ ਨਹੀਂ ਜਾਂਦੇ। ਤੁਸੀਂ ਕਹਿੰਦੇ ਹੋ ਕਦੇ ਵੀ ਉਹ ਬਾਜ਼ਾਰ ਵਿੱਚ ਚਲੇ ਜਾਂਦੇ ਨੇ, ਉਹ ਸਿੱਖਾਂ ਦੇ ਘਰਾਂ ਵਿੱਚ ਪ੍ਰਸ਼ਾਦਾ ਛਕਣ ਚਲੇ ਜਾਂਦੇ ਨੇ। ਹੁਣ ਅੱਜ ਇਹ ਕਹਿ ਦਿੱਤਾ ਵੀ ਮਹਾਰਾਜ ਜਮਨਾ ਦਰਿਆ ਵਿੱਚ ਇਸ਼ਨਾਨ ਕਰਨ ਗਏ ਨੇ। ਮੈਂ ਸੱਚ ਕਹਿ ਰਿਹਾ, ਗੁਰੂ ਜੀ ਉੱਥੇ ਬੈਠੇ, ਗੁਰੂ ਜੀ ਕਿਤੇ ਨਹੀਂ ਜਾਂਦੇ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਇਹ ਬੜੀ ਵੱਡੀ ਅਚਰਜਤਾਈ ਦੀ ਗੱਲ ਹੈਗੀ ਜੀ। ਗੁਰਮੁਖੋ, ਗੁਰੂ ਸਰੀਰ ਨਹੀਂ ਹੈ। ਸਰੀਰ ਨੂੰ ਫੜ ਕੇ ਬੰਦਾ ਬਿਠਾ ਸਕਦਾ, ਗੁਰੂ ਜੀ ਨੂੰ ਫੜ ਕੇ ਕਿੱਥੇ ਬਿਠਾਏਗਾ ਬੰਦਾ ਜੀ। ਮਹਾਰਾਜ ਸੱਚੇ ਪਾਤਸ਼ਾਹ ਆਜ਼ਾਦ ਹਸਤੀ ਨੇ, ਜਿੱਥੇ ਮਰਜ਼ੀ ਵਿਚਰ ਸਕਦੇ ਨੇ।
ਮਹਾਰਾਜ ਸੱਚੇ ਪਾਤਸ਼ਾਹ ਦੇ ਅਨੇਕਾਂ ਰੂਪ ਨੇ ਜੀ, ਅਨੇਕਾਂ ਰੂਪ ਨੇ। ਜਿਵੇਂ ਪਰਮੇਸ਼ਰ ਦੇ ਅਨੇਕਾਂ ਰੂਪ ਨੇ ਨਾ ਜੀ, ਉਵੇਂ ਗੁਰੂ ਜੀ ਦੇ ਵੀ ਅਨੇਕਾਂ ਰੂਪ ਨੇ। ਮਹਾਰਾਜ ਕਿਸੇ ਵੇਲੇ ਕਿਸੇ ਵੀ ਰੂਪ ਵਿੱਚ ਪਹੁੰਚ ਸਕਦੇ ਨੇ ਜੀ। ਤੁਸੀਂ ਸੁਣੀ ਨਾ ਛੇਵੇਂ ਪਾਤਸ਼ਾਹ ਦੀ ਕਥਾ, ਭਾਈ ਸਾਈਂ ਦਾਸ ਜੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੂੰ ਪੱਖਾ ਚੱਲ ਰਹੇ ਸਨ ਜੀ, ਤੇ ਬੀਬੀ ਰਾਮੋ ਜੀ ਵਾਹਿਗੁਰੂ ਬੀਬੀ ਰਾਮੋ ਜੀ ਪੱਖਾ ਚੱਲ ਰਹੇ ਸੀ ਤੇ ਸਾਈਂ ਦਾਸ ਜੀ ਲਾਗੇ ਬੈਠੇ ਸੀਗੇ। ਮਹਾਰਾਜ ਦੇ ਕੇਸਾਂ ਵਿੱਚੋਂ ਜਲ ਨਿਕਲਣ ਲੱਗ ਪਿਆ ਜੀ। ਬੀਬੀ ਰਾਮੋ ਜੀ ਬੜੀ ਤੇਜ਼ੀ ਨਾਲ ਪੱਖਾ ਝੱਲਣ ਲੱਗ ਪਏ ਜੀ। ਸਾਈਂ ਦਾਸ ਜੀ ਅਵਸਥਾ ਵਾਲੇ ਸਨ, ਉਹਨਾਂ ਦੀ ਸੇਵਾ ਕਰਕੇ ਅਵਸਥਾ ਫੜ ਚੁੱਕੀ ਸੀ। ਉਹਨਾਂ ਬੀਬੀ ਰਾਮੋ ਜੀ ਨੂੰ ਆਖਿਆ, ਰਾਮੋ ਸਾਨੂੰ ਇਹ ਲੱਗਦਾ ਵੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਮੁੜਕਾ ਆ ਗਿਆ ਤੇ ਮੁੜਕਾ ਚੋਰਿਆ। ਕਹਿਣ ਲੱਗੇ, ਨਹੀਂ, ਤੇਰੇ ਤੇ ਮੇਰੇ ਸਾਹਮਣੇ ਮਹਾਰਾਜ ਇੱਥੇ ਲੰਮੇ ਪਏ ਹੋਏ ਨੇ, ਸਾਨੂੰ ਇਹੋ ਵਿਖ ਰਿਹਾ, ਪਰ ਇਸ ਸਮੇਂ ਮਹਾਰਾਜ ਬੜਿਆਂ ਨੂੰ ਤਾਰ ਰਹੇ ਨੇ। ਕਹਿਣ ਲੱਗੇ, ਇਸ ਸਮੇਂ ਗੁਰੂ ਹਰਗੋਬਿੰਦ ਸਾਹਿਬ ਬੜਿਆਂ ਨੂੰ ਤਾਰ ਰਹੇ ਨੇ। ਉਹਦੇ ਵਿੱਚੋਂ ਇੱਕ ਪ੍ਰਮਾਣ ਕਹਿੰਦੇ ਮੈਂ ਤੈਨੂੰ ਦੇ ਦਿੰਦਾ। ਇਸ ਸਮੇਂ ਇੱਕ ਸਿੱਖ ਦਾ ਬੇੜਾ ਦਰਿਆ ਵਿੱਚ ਡੁੱਬ ਰਿਹਾ ਤੇ ਗੁਰੂ ਹਰਗੋਬਿੰਦ ਸਾਹਿਬ ਉਹਦਾ ਬੇੜਾ ਪਾਰ ਲਾ ਰਹੇ। ਕਹਿਣ ਲੱਗੇ, ਉੱਥੇ ਪਹੁੰਚ ਕੇ ਸਹਾਇਤਾ ਕਰ ਰਹੇ। ਫਿਰ ਇਹੋ ਹੀ ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਤਿਹਾਸ ਹੈ। ਇੱਕ ਸਮੇਂ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਭੋਰਾ ਸਾਹਿਬ ਵਿੱਚ ਬੈਠੇ ਜੀ, ਤੇ ਦੂਜੇ ਸਮੇਂ ਮੱਖਣ ਸ਼ਾਹ ਲਬਾਣੇ ਦਾ ਬੇੜਾ ਗੁਰੂ ਜੀ ਨੇ ਪਾਰ ਕੀਤਾ ਜੀ। ਉਹ ਕਿਹੜਾ ਰੂਪ ਸੀ? ਉਹ ਇਹੋ ਹੀ ਰੂਪ ਸੀਗਾ ਜੀ। ਇਸ ਕਰਕੇ ਗੁਰੂ ਸਾਹਿਬ ਦੀ ਮੂਰਤ ਨੂੰ ਮਨ ਵਿੱਚ ਧਾਰਨ ਕਰਨਾ ਜੀ, ਸੱਚੇ ਪਾਤਸ਼ਾਹ ਜੀ ਦੇ ਸ਼ਬਦ ਨੂੰ ਹਿਰਦੇ ਵਿੱਚ ਵਸਾਉਣਾ। ਗੁਰੂ ਸਾਹਿਬ ਮਹਾਰਾਜ ਦੇ ਬੇਅੰਤ ਰੂਪ ਨੇ, ਗੁਰਮੁਖੋ ਬੇਅੰਤ ਰੂਪ ਨੇ। ਆਪਾਂ ਸ਼ਬਦ ਵਾਲੇ ਰੂਪ ਨੂੰ ਹਿਰਦੇ ਵਿੱਚ ਵਸਾ ਕੇ ਗੁਰਬਾਣੀ ਦੇ ਪਾਠ ਕਰਕੇ ਬਹੁਤਾ ਲਾਭ ਆਪਣੀ ਜ਼ਿੰਦਗੀ ਵਿੱਚ ਪ੍ਰਾਪਤ ਕਰਨਾ ਜੀ। ਉਹ ਦਰੋਗਾ ਕਹਿਣ ਲੱਗ ਪਿਆ ਵੀ ਮਹਾਰਾਜ ਤੇ ਉੱਥੇ ਬੈਠੇ ਨੇ, ਤੁਸੀਂ ਹੁਣ ਜਿੱਥੇ ਮਰਜ਼ੀ ਸਾਨੂੰ ਬੰਦੇ ਕਹਿ ਦਿੰਦੇ ਆਪਾਂ ਮੰਨ ਲੈਂਦੇ ਆ। ਤੇ ਗੱਲ ਕੀ, ਉਹ ਔਰੰਗਜ਼ੇਬ ਨੇ ਦਰੋਗੇ ਦੀ ਤਾੜਨਾ ਕੀਤੀ ਜੀ, ਤੇ ਤਾੜਨਾ ਕਰਕੇ ਨਾ ਜੀ ਉਹਨੂੰ ਵਾਪਸ ਘੱਲਤਾ ਵੀ ਵੇਖ ਲਾ, ਭਾਵੇਂ ਗੁਰੂ ਜੀ ਸਿੱਖਾਂ ਦੇ ਘਰ ਵਿੱਚ ਹੋਣ, ਭਾਵੇਂ ਉਹ ਬਾਜ਼ਾਰ ਵਿੱਚ ਹੋਣ, ਭਾਵੇਂ ਜਮਨਾ ਦਰਿਆ ਤੇ ਹੋਣ, ਪਰ ਜਿਹੜਾ ਕਾਰਾਗ੍ਰਹਿ ਵਿੱਚ ਉਹਨਾਂ ਦਾ ਸਰੀਰ ਹੈ ਉਹ ਕਿਤੇ ਨਹੀਂ ਜਾਣਾ ਚਾਹੀਦਾ। ਕਹਿਣ ਲੱਗਾ, ਔਰੰਗਜ਼ੇਬ ਨੇ ਇਹ ਗੱਲ ਕਹਿਤੀ। ਦਰੋਗਾ ਵਾਪਸ ਆਇਆ। ਦਰੋਗਾ ਰਸਤੇ 'ਚ ਸੋਚ ਰਿਹਾ ਵੀ ਇਹ ਲੋਕ ਝੂਠ ਨਹੀਂ ਬੋਲ ਰਹੇ, ਮਹਾਰਾਜ ਉਹਨਾਂ ਨੂੰ ਵੇਖਦੇ ਨੇ। ਕਹਿਣ ਲੱਗਾ, ਇਹ ਲੋਕ ਝੂਠ ਨਹੀਂ ਬੋਲਦੇ, ਇਹ ਸੱਚ ਬੋਲਦੇ ਨੇ। ਅੱਜ ਮੈਂ ਗੁਰੂ ਸਾਹਿਬ ਨੂੰ ਬੇਨਤੀ ਕਰ ਦੇਣਾ, ਜੇ ਮਹਾਰਾਜ ਨੇ ਕਾਰਾਗ੍ਰਹਿ ਵਿੱਚੋਂ ਆਪਣਾ ਸਰੀਰ ਅਲੋਪ ਕਰ ਲਿਆ ਨਾ, ਤੇ ਫਿਰ ਮੈਨੂੰ ਔਰੰਗਜ਼ੇਬ ਨੇ ਮਾਰ ਦੇਣਾ। ਹੋ ਸਕਦਾ ਉਹ ਇਹ ਕਵੇ ਵੀ ਤੂੰ ਗੁਰੂ ਸਾਹਿਬ ਨੂੰ ਇੱਥੋਂ ਭੇਜਿਆ, ਮੇਰੇ ਪਰਿਵਾਰ ਨੂੰ ਵੀ ਉਹ ਮਾਰ ਦੇਵੇ। ਉਹ ਦਰੋਗਾ ਨਾ ਜੀ ਮਹਾਰਾਜ ਕੋਲ ਆ ਕੇ ਨਾ ਜੀ, ਮਹਾਰਾਜ ਨੇਤਰ ਬੰਦ ਕਰਕੇ ਐ ਧਿਆਨ 'ਚ ਬੈਠੇ। ਦਰੋਗੇ ਨੇ ਹੱਥ ਜੋੜ ਕੇ ਮਹਾਰਾਜ ਨੂੰ ਬੇਨਤੀ ਕੀਤੀ, ਹੇ ਸੱਚੇ ਪਾਤਸ਼ਾਹ, ਮਹਾਰਾਜ ਤੁਸੀਂ ਖੁਦਾ ਦੀ ਮੂਰਤ ਹੋ। ਮਹਾਰਾਜ ਮੈਨੂੰ ਲੱਗ ਗਿਆ ਪਤਾ ਔਰੰਗਜ਼ੇਬ ਗਲਤ ਕਰ ਰਿਹਾ, ਉਹ ਤੁਹਾਨੂੰ ਇੱਥੇ ਰੱਖ ਕੇ ਬੈਠਾ, ਤੁਸੀਂ ਤੇ ਕੈਦ 'ਚ ਆ ਹੀ ਨਹੀਂ ਸਕਦੇ। ਪਰ ਮਹਾਰਾਜ ਜੇ ਤੁਹਾਡਾ ਆਹ ਰੂਪ ਕਿਤੇ ਹੋਰ ਚਲੇ ਗਿਆ ਨਾ, ਤੇ ਮੇਰੀ ਜਾਨ ਖਤਮ ਹੋ ਜਾਏਗੀ, ਮੇਰੇ ਪਰਿਵਾਰ ਨੂੰ ਔਰੰਗਜ਼ੇਬ ਬਾਦਸ਼ਾਹ ਮਾਰ ਦੇਗਾ। ਮਹਾਰਾਜ ਮੇਰੇ ਤੇ ਕਿਰਪਾ ਕਰਿਓ, ਇੱਥੋਂ ਨਾ ਕਿਤੇ ਜਾਇਓ। ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਅੱਗੋਂ ਜੋ ਆਖਿਆ ਉਹ ਤੁਸੀਂ ਕੱਲ ਸੁਣਿਆ। ਮਹਾਰਾਜ ਕਹਿੰਦੇ, ਦਰੋਗੇ ਅਸੀਂ ਆਪਣੀ ਮਰਜ਼ੀ ਨਾਲ ਇੱਥੇ ਬੈਠੇ ਹੋਏ, ਗੱਜ ਕੇ ਆਖੋ ਵਾਹਿਗੁਰੂ। ਤੇਰਾ ਬਾਦਸ਼ਾਹ ਕੱਖ ਨਹੀਂ ਕਰ ਸਕਦਾ। ਕਹਿਣ ਲੱਗੇ, ਅਸੀਂ ਆਪਣੀ ਮਰਜ਼ੀ ਨਾਲ ਇੱਥੇ ਬੈਠੇ ਹੋਏ ਆ, ਹੋਣੇ ਚਾਹੀਏ ਜਿਸ ਮਰਜ਼ੀ ਦੇਸ਼ ਵਿੱਚ ਪਹੁੰਚ ਜਾਈਏ। ਕਹਿਣ ਲੱਗੇ, ਜੇ ਹੁਣੇ ਚਾਹੀਏ ਨਾ, ਤੇ ਜਿਸ ਮਰਜ਼ੀ ਦੇਸ਼ ਵਿੱਚ ਚਲੇ ਜਾਈਏ, ਤੇਰਾ ਬਾਦਸ਼ਾਹ ਤੇ ਬਾਦਸ਼ਾਹ ਦੀ ਫੌਜ ਕਈ ਯੁੱਗ ਲੱਗੇ ਰਹਿਣ ਤੇ ਉਹ ਸਾਨੂੰ ਲੱਭ ਨਹੀਂ ਸਕਦੇ। ਕਹਿਣ ਲੱਗੇ, ਜੇ ਅਸੀਂ ਹੁਣੇ ਚਾਹੀਏ ਅਸੀਂ ਕਿਤੇ ਵੀ ਜਾ ਸਕਦੇ ਹਾਂ। ਗੁਰਮੁਖੋ ਗੁਰੂ ਨਾਨਕ ਸਾਹਿਬ ਨਾਲ ਸਿੱਧਾਂ ਨੇ ਲੁਕਣ ਮਿੱਟੀ ਖੇਡੀ ਜੀ, ਤੇ ਮਹਾਰਾਜ ਦੀ ਤੇ ਖੜਾ ਨੇ ਸਾਰਿਆਂ ਨੂੰ ਲੱਭ ਲਿਆ ਜੀ। ਤੇ ਜਦੋਂ ਗੁਰੂ ਸਾਹਿਬ ਨੇ ਤੱਤ 'ਚ ਤੱਤ ਮਿਲਾ ਲਏ ਨਾ ਜੀ, ਤੇ ਸਾਰੇ ਸਿੱਧ ਲੱਭਦੇ ਰਹੇ ਤੇ ਮਹਾਰਾਜ ਲੱਭੇ ਨਾ ਜੀ ਉਹਨਾਂ ਨੂੰ ਜੀ।
ਤੇ ਗੁਰੂ ਨੂੰ ਪ੍ਰਗਟ ਕਰਨ ਦਾ ਕੀ ਤਰੀਕਾ, ਸੱਚੇ ਪਾਤਸ਼ਾਹ ਨੂੰ ਪ੍ਰਗਟ ਕਰਨ ਦਾ ਤਰੀਕਾ ਮਹਾਰਾਜ ਮਰਦਾਨਾ ਜੀ ਨੂੰ ਦੱਸਦੇ ਸੀ। ਮਰਦਾਨਿਆਂ, ਮਨ ਚਿੱਤ ਇੱਕ ਕਰਕੇ ਟਕਾ ਰੱਖ ਕੇ ਅਰਦਾਸ ਕਰਦੀ ਅਸੀਂ ਹਾਜ਼ਰ ਹੋ ਜਾਾਂਗੇ ਕਹਿਣ ਲੱਗੇ। ਮਰਦਾਨਾ ਜੀ ਨੇ ਕੀਤੀ ਅਰਦਾਸ ਤੇ ਮਹਾਰਾਜ ਹਾਜ਼ਰ ਹੋ ਗਏ ਸੀਗੇ ਜੀ। ਮਹਾਰਾਜ ਤੇ ਤੱਤਾਂ 'ਚ ਤੱਤ ਮਿਲਾ ਲੈਣ ਜੀ। ਇੱਕ ਵਾਰੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਬੈਠੇ ਤਖਤ ਤੇ ਸਿੱਧ ਥੱਲੇ ਆ ਕੇ ਬੈਠੇ ਸਾਰੇ ਜੀ, ਬੜੇ ਬੜੇ ਕਮਾਈ ਵਾਲੇ ਪੁਰਸ਼। ਜਦੋਂ ਮਹਾਰਾਜ ਨਵੇਂ ਅਜੇ ਗੁਰਤਾ ਗੱਦੀ ਤੇ ਬੈਠੇ ਤੇ ਕਈਆਂ ਦੇ ਮਨਾਂ ਵਿੱਚ ਤਰਕਾਂ ਆਉਂਦੀਆਂ ਹੁੰਦੀਆਂ ਸੀ ਵੀ ਗੁਰੂ ਨਾਨਕ ਸਾਹਿਬ ਬਜ਼ੁਰਗ, ਉਹਨਾਂ ਦੀ ਇਤਨੀ ਉਮਰ, ਤੇ ਮਹਾਰਾਜ ਨੇ ਇੱਕ ਨੌਜਵਾਨ ਹੌਲੀ ਜਿਹੀ ਉਮਰ ਵਾਲਿਆਂ ਨੂੰ ਆਪਣੀ ਗੱਦੀ ਤੇ ਬਿਠਾਤਾ, ਆਸਣ ਤੇ ਬਿਠਾਤਾ। ਉਹ ਮਹਾਰਾਜ ਤੇ ਤਰਕਾਂ ਕਰਦੇ ਹੁੰਦੇ ਸੀਗੇ। ਤੇ ਫਿਰ ਉਹਨਾਂ ਵਿਚਾਰ ਕੀਤੀ ਵੀ ਗੁਰੂ ਸਾਹਿਬ ਦਾ ਤੇ ਸਰੀਰ ਨਹੀਂ ਲੱਭਾ, ਭਲਾ ਇਹਨਾਂ ਵਿੱਚ ਵੀ ਇੰਨੀ ਤਾਕਤ ਹੈਗੀ ਹੈ। ਸੰਗਤ ਵਿੱਚ ਬੈਠੇ ਇੱਕ ਸਿੱਧ ਨੇ ਇਹ ਵਿਚਾਰ ਕੀਤੀ ਤੇ ਮਹਾਰਾਜ ਨੇ ਉਸੇ ਵੇਲੇ ਆਪਣਾ ਸਰੀਰ ਪਲੰਗੇ ਤੋਂ ਅਲੋਪ ਕਰ ਲਿਆ ਜੀ। ਸਾਰੀ ਸੰਗਤ ਹੈਰਾਨ ਹੋ ਗਈ ਵੀ ਮਹਾਰਾਜ ਦਾ ਸਰੀਰ ਕਿੱਥੇ ਗਿਆ ਜੀ। ਉਸੇ ਵੇਲੇ ਆਪਣਾ ਸਰੀਰ ਅਲੋਪ ਕਰ ਲਿਆ। ਸੰਗਤ ਦੇ ਪ੍ਰੇਮੀ ਬਾਬਾ ਬੁੱਢਾ ਜੀ ਨੂੰ ਪੁੱਛਦੇ, ਬਾਬਾ ਜੀ ਹੋਣਾ ਕੀਤੀ ਅਰਦਾਸ ਤੇ ਮਹਾਰਾਜ ਦਾ ਸਰੀਰ ਮੁੜ ਵਾਪਸ ਆ ਗਿਆ ਜੀ। ਤੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਕਹਿਣ ਲੱਗੇ, ਸ਼ੰਕਾ ਕਰਦੇ ਸੀਗੇ, ਕਹਿਣ ਲੱਗੇ ਅਸੀਂ ਗੁਰੂ ਨਾਨਕ ਸਾਹਿਬ ਤਾਂ ਨਹੀਂ ਹੈਗੇ, ਪਰ ਗੁਰੂ ਨਾਨਕ ਸਾਹਿਬ ਦੇ ਸਾਜੇ ਹੋਏ ਹੈਗੇ। ਕਹਿਣ ਲੱਗੇ ਗੁਰਮੁਖੋ ਗੁਰੂ ਸਾਹਿਬ ਸਮਰੱਥ। ਮਹਾਰਾਜ ਦਰੋਗੇ ਨੂੰ ਕਹਿਣ ਲੱਗੇ, ਮਹਾਰਾਜ ਕਹਿੰਦੇ ਦਰੋਗੇ ਅਸੀਂ ਹੁਣੇ ਚਾਹੀਏ ਜਿਸ ਮਰਜ਼ੀ ਮੁਲਕ ਦੇਸ਼ ਵਿੱਚ ਜਾ ਕੇ ਬੈਠ ਜਾਈਏ, ਤੇਰਾ ਬਾਦਸ਼ਾਹ ਸਾਨੂੰ ਕੁਛ ਵੀ ਨਹੀਂ ਕਰ ਸਕਦਾ, ਜੁੱਗਾਂ ਲੱਗੇ ਰਹਿਣ ਤੇ ਫੌਜਾਂ ਸਾਨੂੰ ਲੱਭ ਨਹੀਂ ਚ ਸਕਦੀਆਂ। ਕਹਿਣ ਲੱਗੇ ਇਹ ਗੱਲਾਂ ਸੱਚੀਆਂ ਨੇ ਜੀ। ਤੇ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਫਿਰ ਵੀ ਅਸੀਂ ਇੱਥੇ ਬੈਠੇ। ਕਹਿਣ ਲੱਗੇ ਤੂੰ ਡੋਲਣਾ ਨਹੀਂ ਹੈਗਾ, ਭਾਵੇਂ ਅਸੀਂ ਜਿੱਥੇ ਮਰਜ਼ੀ ਕੋਈ ਆਖੇ ਨਾ ਵੀ ਅਸੀਂ ਉੱਥੇ ਸਾਡਾ ਇੱਕ ਰੂਪ ਤੇਰੇ ਕੋਲ ਵੀ ਰਹੇਗਾ। ਕਹਿਣ ਲੱਗੇ ਦਰੋਗੇ ਨੂੰ ਵੀ ਆਖਿਆ ਗੱਜ ਕੇ ਆਖੋ ਵਾਹਿਗੁਰੂ। ਵੇਖ ਲੋ ਦਰੋਗੇ ਨੂੰ ਸਮਝ ਆ ਗਈ। ਦਰੋਗੇ ਨੇ ਭਾਵਨਾ ਨਾਲ ਮਹਾਰਾਜ ਨੂੰ ਬੇਨਤੀ ਕਰਤੀ ਤੇ ਮਹਾਰਾਜ ਨੇ ਉਹਦੇ ਤੇ ਮਿਹਰ ਕਰਤੀ ਜੀ। ਮਹਾਰਾਜ ਕਹਿੰਦੇ ਸਾਡਾ ਇੱਕ ਰੂਪ ਤੇਰੇ ਕੋਲ ਵੀ ਰਹੇਗਾ, ਤੂੰ ਚਿੰਤਾ ਨਹੀਂ ਕਰਨੀ, ਤੂੰ ਘਬਰਾਉਣਾ ਨਹੀਂ ਹੈਗਾ। ਕਹਿਣ ਲੱਗੇ ਅਸੀਂ ਤੈਨੂੰ ਛੱਡ ਕੇ ਨਹੀਂ ਕਿਤੇ ਜਾਂਦੇ ਜੀ, ਕਿ ਉਹਨੂੰ ਆਪਣੀ ਜਾਨ ਦਾ ਖਤਰਾ ਸੀਗਾ ਜੀ ਵੀ ਮੇਰੀ ਲਾਪਾ ਬੜੀ ਹੋਣੀ ਜੇ ਔਰੰਗਜ਼ੇਬ ਬਾਦਸ਼ਾਹ ਨੂੰ ਪਤਾ ਲੱਗ ਗਿਆ ਜੀ। ਸੋ ਇਸ ਪ੍ਰਕਾਰ ਕੱਲ ਤੁਸੀਂ ਕਥਾ ਸੁਣੀ। ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ, ਮਹਾਰਾਜ ਕਹਿੰਦੇ ਅਸੀਂ ਸਰੀਰ ਨਹੀਂ ਹੈਗੇ। ਕਹਿਣ ਲੱਗੇ ਅਸੀਂ ਸਰੀਰ ਨਹੀਂ ਹੈਗੇ, ਅਸੀਂ ਜਿੱਥੇ ਮਰਜ਼ੀ ਵਿਚਰ ਸਕਦੇ ਹਾਂ। ਗੁਰਮੁਖੋ ਗੁਰੂ ਦੇ ਪਿਆਰੇ ਵਾਹਿਗੁਰੂ ਗੁਰੂ ਸਾਹਿਬ ਤੇ ਬੜੇ ਵੱਡੇ ਨੇ। ਗੁਰੂ ਦੇ ਪਿਆਰਿਆਂ 'ਚ ਇੰਨੀ ਸ਼ਕਤੀ ਹੈਗੀ ਹੈ, ਉਹ ਜਿੱਥੇ ਮਰਜ਼ੀ ਪਹੁੰਚ ਸਕਦੇ ਜੀ, ਜਿੱਥੇ ਮਰਜ਼ੀ ਉਹਨਾਂ ਨੂੰ ਕੋਈ ਵਿਜੇ ਲੈਣ ਦੀ ਲੋੜ ਨਹੀਂ ਹੈਗੀ ਜੀ, ਕੋਈ ਕਿਤੇ ਜਾਣ ਦੀ ਲੋੜ ਨਹੀਂ ਹੈਗੀ। ਉਹ ਜਿੱਥੇ ਮਰਜ਼ੀ ਪਹੁੰਚ ਸਕਦੇ ਜੀ, ਉਹ ਜਿੱਥੇ ਮਰਜ਼ੀ ਪਹੁੰਚ ਸਕਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਨ। ਕੱਲ ਇੱਥੋਂ ਤੱਕ ਤੁਸੀਂ ਕਥਾ ਪ੍ਰਸੰਗ ਸਾਧ ਸੰਗਤ ਦੀ ਸਰਵਣ ਕੀਤਾ। ਹੁਣ ਇਹਦੇ ਤੋਂ ਅੱਗੇ ਜੋ ਕਥਾ ਹੈ ਉਹ ਆਪਾਂ ਬੜੇ ਪਿਆਰ ਦੇ ਨਾਲ ਸਰਵਣ ਕਰਨੀ ਹੈ। ਸਾਰੀ ਸੰਗਤ ਪ੍ਰੇਮ ਨਾਲ ਕਹੋ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫੇਰ ਆਖੋ ਜੀ, ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਵਾਹਿਗੁਰੂ ਜੀ। ਦੋਹਰਾ ਸਿੱਖ ਕੋਟਨ ਕੀ ਕੈਦ ਕੋ ਇੱਕ ਬਚ ਕਰੇ ਖਲਾਸ। ਸਾਧ ਸੰਗਤ ਜੀ, ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਵੀ ਗੁਰੂ ਤੇਗ ਬਹਾਦਰ ਸਾਹਿਬ ਏਡੇ ਸਮਰੱਥ ਨੇ, ਇੰਨੇ ਵੱਡੇ ਮਾਲਕ ਨੇ, ਇੱਕ ਬਚਨ ਕਰ ਦੇਣ ਤੇ ਕਰੋੜਾਂ ਸਿੱਖਾਂ ਦੀਆਂ ਕੈਦਾਂ ਤੋਂ ਉਹਨਾਂ ਨੂੰ ਛੁਡਾ ਦੇਣ। ਕਹਿਣ ਲੱਗੇ ਕੈਦ ਕਿਹੜੀ ਜੀ? ਬਾਹਰੀ ਕੈਦ ਤੇ ਚਲੋ ਛੁਡਾ ਹੀ ਦੇਣਗੇ ਜੀ, ਅੰਦਰ ਦੀ ਕੈਦ ਤੋਂ ਵੀ ਮਹਾਰਾਜ ਛੁਡਾ ਸਕਦੇ ਜੀ। ਹਾਂਜੀ, ਮਹਾਰਾਜ ਅੰਦਰੋਂ ਵੀ ਭਲਾ ਕਰ ਸਕਦੇ। ਗੁਰੂ ਜੀ ਦੇ ਇੱਕ ਬਚਨ ਵਿੱਚ ਇੰਨੀ ਤਾਕਤ ਹੈਗੀ ਹੈ ਜੀ। ਸਤਿਗੁਰ ਬਚਨ, ਬਚਨ ਹੈ ਸਤਿਗੁਰ, ਪਾਦਰ ਮੁਕਤ ਜਨਾਵੈ ਗੋ।
ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਜਿਨ੍ਹਾਂ ਤੇ ਇੱਕ ਬਚਨ ਨਾਲ ਕਰੋੜਾਂ ਦੀ ਬੰਦ ਖਲਾਸੀ ਹੋ ਸਕਦੀ ਹੈ, ਕਰੋੜਾਂ ਹੀ ਕੈਦ ਤੋਂ ਰਿਹਾ ਹੋ ਸਕਦੇ ਨੇ। ਸੋ ਤੁਰਕੇਸ਼ਰ ਕੈਦ ਮਹਿ ਪਰਖੋ ਗੁਰੂ ਬਿਲਾਸ। ਗੁਰੂ ਸਾਹਿਬ ਆਪ ਔਰੰਗਜ਼ੇਬ ਦੀ ਕੈਦ ਵਿੱਚ ਬੈਠੇ ਕਹਿਣ ਲੱਗੇ, ਇਹ ਗੁਰਾਂ ਦਾ ਕੌਤਕ ਜਾਣੋ। ਕਹਿਣ ਲੱਗੇ ਇਹ ਮਹਾਰਾਜ ਦਾ ਕੌਤਕ ਸਮਝੋ। ਗੁਰੂ ਨੂੰ ਕੌਣ ਕੈਦ ਕਰ ਸਕਦਾ? ਸਾਧ ਸੰਗਤ ਜੀ, ਮੈਂ ਦਾਸ ਤਕਰੀਬਨ 1 ਹਫ਼ਤੇ ਤੋਂ ਲਗਾਤਾਰ ਇਹ ਬੇਨਤੀ ਕਰ ਰਿਹਾ, ਕਿਸੇ ਵਿੱਚ ਤਾਕਤ ਨਹੀਂ ਚ ਹੈਗੀ ਉਹ ਗੁਰੂ ਨੂੰ ਕੈਦ ਕਰ ਸਕੇ ਜੀ। ਕਿਸੇ ਵਿੱਚ ਤਾਕਤ ਨਹੀਂ ਹੈਗੀ ਜੀ। ਇਹ ਤੇ ਗੱਪ ਹੈਗੀ ਜੀ ਬੜੀ ਵੱਡੀ ਜੀ। ਜੇ ਕੋਈ ਆਖੇ ਮੈਂ ਗੁਰੂ ਨੂੰ ਕੈਦ ਕਰ ਲਿਆ ਜੀ, ਸੁਣਿਆ ਨਾ ਮਹਾਰਾਜ ਨੇ ਦਰੋਗੇ ਨੂੰ ਕਿਹਾ ਅਸੀਂ ਆਪਣੀ ਮਰਜ਼ੀ ਨਾਲ ਬੈਠੇ ਇੱਥੇ। ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਜੇ ਕੈਦ ਵਿੱਚ ਬੈਠੇ ਔਰੰਗਜ਼ੇਬ ਦੀ, ਤੇ ਮਹਾਰਾਜ ਦਾ ਆਪਣਾ ਕੌਤਕ ਹੈ। ਹਾਂਜੀ, ਚੌਪਈ ਮੂੜ ਨਰੰਗੇ ਇੱਕ ਦਿਨ ਮਾਹੀ। ਹਾਂਜੀ, ਗੁਰ ਬਿਰਤੰਤ ਚਿਤਵਿਓ ਮਤ ਨਾਹੀ। ਹੁਣ ਮੂਰਖ ਨਰੰਗਾ ਇੱਕ ਦਿਨ ਬੈਠਾ ਘਰ ਵਿੱਚ ਸੋਚ ਰਿਹਾ ਔਰੰਗਜ਼ੇਬ ਵੀ ਬੜੇ ਉਪਾਅ ਵੇਖ ਲਏ, ਗੱਲ ਬਣਦੀ ਨਹੀਂ ਕੋਈ। ਮਹਾਰਾਜ ਨੂੰ ਧਰਮ ਤੋਂ ਡੇਗਣ ਦਾ ਯਤਨ ਕਰਨ ਦੇ, ਪਰ ਮਹਾਰਾਜ ਡਿੱਗਦੇ ਹੀ ਨਹੀਂ ਜੀ। ਡਿੱਗ ਹੀ ਕਿਵੇਂ ਸਕਦੇ ਜੀ? ਉਹ ਤੇ ਦੂਜਿਆਂ ਨੂੰ ਫੜ ਕੇ ਕਾਇਮ ਕਰ ਦੇਣ ਜੀ ਮਹਾਰਾਜ। ਗੁਰਮੁਖੋ, ਪਰਮੇਸ਼ਰ ਦੇ ਵਿੱਚ ਤੇ ਗੁਰੂ ਤੇਗ ਬਹਾਦਰ ਸਾਹਿਬ ਵਿੱਚ ਰੱਤੀ ਮਾਤਰ ਵੀ ਫਰਕ ਨਹੀਂ ਹੈਗਾ। ਗੱਜ ਕੇ ਆਖੋ ਵਾਹਿਗੁਰੂ। ਇਸ ਗੱਲ ਵਿੱਚ ਪੱਕੀ ਸ਼ਰਧਾ ਰੱਖਣੀ। ਕਿਉਂ? ਕਈ ਵਾਰੀ ਦੁਸ਼ਟਾਂ ਪਾਪੀਆਂ ਦਾ ਵਰਤਾਓ ਸੁਣ ਕੇ ਤੇ ਮਨ ਵਿੱਚ ਅਸ਼ੰਕਾ ਜਿਹਾ ਪੈਦਾ ਹੋ ਜਾਂਦਾ ਜੀ, ਸ਼ੰਕਾ ਜਿਹਾ ਬਣ ਜਾਂਦਾ ਜੀ। ਪਰਮੇਸ਼ਰ ਵਿੱਚ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਾਲਕ ਵਿੱਚ ਰੱਤੀ ਮਾਤਰ ਵੀ ਫਰਕ ਨਹੀਂ ਹੈਗਾ ਜੀ। ਹਾਂਜੀ, ਉਹ ਮਹਾਰਾਜ ਨੇ ਕਿਹਾ ਨਾ, ਨਿਸ ਦਿਨ ਜਿਹੜਾ ਭੱਜਦਾ ਉਸ ਵਾਹਿਗੁਰੂ ਨੂੰ, ਜੋ ਪ੍ਰਾਨੀ ਨਿਸ ਦਿਨ ਭੱਜੈ। ਹਾਂਜੀ, ਮਹਾਰਾਜ ਕਹਿੰਦੇ ਰੂਪ ਰਾਮ ਤੇ ਜਾਨ। ਗੱਜ ਕੇ ਆਖੋ ਵਾਹਿਗੁਰੂ। ਜਿਹੜਾ ਦਿਨ ਰਾਤ ਉਹਦੀ ਬੰਦਗੀ ਕਰਦਾ ਉਹ ਰੱਬ ਦਾ ਰੂਪ ਹੀ ਜਾਣੋ। ਕਹਿਣ ਲੱਗੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇੱਕ ਇੱਕ ਸ਼ਲੋਕ ਦੀ ਕੀਮਤ, ਜੇ ਆਪਾਂ ਆਖੀਏ ਨਾ ਸਾਰੀ ਧਰਤੀ ਜਿੰਨਾ ਸੰਸਾਰ ਹੈ ਜੀ, ਜਿੰਨਾ ਸੰਸਾਰ ਜੀ, ਸਾਰੀ ਧਰਤੀ ਵੇਚ ਦੀਏ, ਇਹ ਸੋਚ ਕੇ ਵੀ ਗੁਰੂ ਜੀ ਦੇ ਇੱਕ ਸ਼ਲੋਕ ਦੀ ਕੀਮਤ ਦੇਤੀ ਨਹੀਂ ਦਿੱਤੀ ਜਾ ਸਕਦੀ ਜੀ। ਤੇ ਮਹਾਰਾਜ ਕਹਿੰਦੇ ਜੋ ਪ੍ਰਾਨੀ ਨਿਸ ਦਿਨ ਭਜੈ, ਰੂਪ ਰਾਮ ਤੇ ਜਾਨ। ਹਰ ਜਨ ਹਰੇ ਅੰਤਰ ਨਹੀਂ, ਨਾਨਕ ਸਾਚੀ ਮਾਨ। ਕੋਈ ਫਰਕ ਨਹੀਂ ਹੈਗਾ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਵਿੱਚ ਤੇ ਪਰਮੇਸ਼ਰ ਵਿੱਚ। ਗੱਜ ਕੇ ਆਖੋ ਵਾਹਿਗੁਰੂ। ਆਓ ਜਿਨ੍ਹਾਂ ਨੂੰ ਸ਼ਲੋਕ ਕੰਠ ਹੈ ਉਹ ਨਾਲ ਨਾਲ ਜਪਣ ਦੀ ਕੋਸ਼ਿਸ਼ ਕਰੋ। ਜੋ ਪ੍ਰਾਨੀ ਨਿਸ ਦਿਨ ਭਜੈ, ਰੂਪ ਰਾਮ ਤੇ ਜਾਨ। ਹਰ ਜਨ ਹਰ ਅੰਤਰ ਨਹੀਂ, ਨਾਨਕ ਸਾਚੀ ਮਾਨ। ਮਹਾਰਾਜ ਕਹਿੰਦੇ ਫਰਕ ਹੀ ਨਹੀਂ ਹੈਗਾ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਬੈਠੇ ਤੇ ਔਰੰਗਜ਼ੇਬ ਯਤਨ ਕਰਨ ਦਿਆ ਧਰਮ ਤੋਂ ਸੁੱਟ ਗਏ ਇਹਨਾਂ ਨੂੰ। ਹੁਣ ਰੱਬ ਨੂੰ ਕੋਈ ਸੁੱਟ ਸਕਦਾ ਜੀ ਧਰਮ ਤੋਂ ਜੀ? ਬੜੇ ਉਹਨੇ ਯਤਨ ਕੀਤੇ, ਭੁੱਖੇ ਰੱਖਿਆ, ਪ੍ਰੇਤਾਂ ਵਾਲੀ ਹਵੇਲੀ 'ਚ ਰੱਖ ਰੱਖ ਵੇਖ ਲਿਆ, ਕਈ ਕੁਛ ਕਰਕੇ ਵੇਖਿਆ ਤੇ ਗੱਲ ਬਣ ਨਹੀਂ ਰਹੀ ਜੀ। ਹਾਂਜੀ, ਆਏ ਸ਼ਰਾਮ ਹੈ ਅਬਹਿ ਸੁਖਾਲਾ। ਹਾਂਜੀ, ਅਜਮਤ ਕਿਦੋਂ ਦਿਖਾਏ ਵਿਸਾਲਾ। ਕਹਿਣ ਲੱਗਾ ਕਿਸੇ ਤਰੀਕੇ ਨਾਲ ਹੁਣ ਸ਼ਰ੍ਹਾ 'ਚ ਲੈ ਕੇ ਆਉਣਾ। ਦੋ ਕੰਮ ਉਹਨਾਂ ਦੇ ਅੱਗੇ ਰੱਖੀਏ, ਜਾਂ ਤੇ ਉਹ ਸ਼ਰ੍ਹਾ 'ਚ ਆ ਜਾਣ ਜਾਂ ਕਰਾਮਾਤ ਵਿਖਾਉਣ ਤੇ ਚਲੇ ਜਾਣ ਇੱਥੋਂ ਜੀ। ਜਾਂ ਤੇ ਉਹ ਸ਼ਰ੍ਹਾ 'ਚ ਆ ਜਾਣ ਜੀ, ਸਾਡੀ ਮੱਤ ਅਨੁਸਾਰ ਹੋ ਜਾਣ, ਤੇ ਜਾਂ ਫਿਰ ਉਹ ਕਰਾਮਾਤ ਵਿਖਾ ਦੇਣ ਸਾਨੂੰ। ਹਾਂਜੀ, ਇੱਕ ਮੁੱਲਾ ਕਹੋ ਨਿਕਟ ਹਕਾਰਾ। ਇੱਕ ਜਿਹੜਾ ਔਰੰਗਜ਼ੇਬ ਦੀਆਂ ਨਜ਼ਰਾਂ 'ਚ ਬਹੁਤ ਸਿਆਣਾ ਮੌਲਵੀ ਸੀ ਨਾ ਜੀ, ਔਰੰਗਜ਼ੇਬ ਨੇ ਉਹਨੂੰ ਸੱਦਿਆ ਆਪਣੇ ਕੋਲ। ਹਾਂਜੀ, ਨਿਜ ਆਸ਼ੈ ਤਿਸ ਪਾਸ ਉਚਾਰਾ। ਤੇ ਆਪਣੇ ਆਸ਼ੇ ਦੱਸਿਆ ਜੋ ਉਹਨੇ ਸੋਚਿਆ ਵੀ ਮਹਾਰਾਜ ਕਰਾਮਾਤ ਵਿਖਾ ਦੇਣ ਤੇ ਜਾਂ ਫਿਰ ਮੁਸਲਮਾਨ ਧਰਮ ਧਾਰ ਜਾਣ। ਤੇ ਤੀਜਾ ਕੰਮ ਇਹਨੇ ਮਨ 'ਚ ਸੋਚਿਆ ਸੀ ਵੀ ਜੇ ਇਹ ਨਹੀਂ ਇਹ ਦੋਵੇਂ ਗੱਲਾਂ ਮੰਨਦੇ ਤੇ ਫਿਰ ਕਤਲ ਕਰ ਦੇਣਾ ਜੀ।
ਇਹਨੇ ਤੇ ਕਤਲ ਹੀ ਸੋਚਿਆ ਜੀ। ਆਪਾਂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਸ਼ਹੀਦ ਕਹਿੰਦੇ ਆ ਜੀ। ਹਾਂਜੀ, ਉਹ ਹੁਣ ਮੌਲਾਨੇ ਨੂੰ ਉਹਨੇ ਕੋਲ ਸੱਦ ਲਿਆ ਆਪਣੇ। ਹਾਂਜੀ, ਹਿੰਦੁਨ ਕੋ ਗੁਰ ਕੈਦ ਮਝਾਰੀ। ਤੇ ਉਹ ਫਿਰ ਉਹਨੂੰ ਕਹਿ ਰਿਹਾ, ਕਹਿਣ ਲੱਗਾ ਜਿਹੜੇ ਹਿੰਦੂਆਂ ਦੇ ਗੁਰੂ ਜੀ ਆਪਾਂ ਕੈਦ ਚ ਪਾਏ, ਇਹ ਸ਼ਬਦ ਕਿਉਂ ਬਾਰ-ਬਾਰ ਵਰਤਦੇ? ਉਹਨਾਂ ਨੂੰ ਪਤਾ ਵੀ ਸਾਰਾ ਹਿੰਦੂ ਜਗਤ ਮਹਾਰਾਜ ਦਾ ਕਹਿਣਾ ਮੰਨ ਰਿਹਾ ਜੀ। ਸਾਰੇ ਮਹਾਰਾਜ ਦੇ ਪਿੱਛੇ ਨੇ ਇਸ ਸਮੇਂ। ਹਾਂਜੀ, ਸਮਝਾਵੋ ਇਮ ਕਰੋ ਉਚਾਰੀ। ਤੇ ਮੇਰੇ ਵੱਲੋਂ ਜਾ ਕੇ ਸਮਝਾਓ ਹੁਣ ਉਹਨਾਂ ਨੂੰ। ਇਹ ਔਰੰਗਜ਼ੇਬ ਨਾ ਜੀ ਕਈ ਹੀਲੇ ਵਸੀਲੇ ਵਰਤ ਕੇ ਇਹ ਗੱਲ ਕਹਿ ਰਿਹਾ ਜੀ। ਪਹਿਲਾਂ ਤੋਂ ਉਹਨੇ ਚਲਾਕੀਆਂ ਵਰਤੀਆਂ, ਚਲਾਕੀਆਂ ਜੀ। ਸਭ ਚਲਾਕੀਆਂ ਜਦੋਂ ਫੇਲ ਹੋਈਆਂ ਨਜ਼ਰ ਆਈਆਂ ਨਾ ਜੀ, ਵੇਖੋ ਨਾ ਜੀ, ਗਾਂ ਖਵਾਉਣ ਨੂੰ ਤੁਰ ਪਏ ਗਏ ਮਹਾਰਾਜ ਨੂੰ ਜੀ ਇਹ। ਤੇ ਜਦੋਂ ਵਿੱਚੋਂ ਹੀ ਸੂਰ ਨਿਕਲਣੇ ਸ਼ੁਰੂ ਹੋ ਗਏ, ਆਪਣੇ ਹੀ ਧਰਮ ਇਹਨਾਂ ਦੇ ਬੰਦਿਆਂ ਦਾ ਭ੍ਰਿਸ਼ਟ ਹੋ ਗਿਆ ਜੀ। ਸਭ ਚਲਾਕੀਆਂ ਫੇਲ ਹੋ ਗਈਆਂ ਤੇ ਇੱਕ ਸਿਆਣੇ ਮੌਲਵੀ ਨੂੰ ਭੇਜ ਰਿਹਾ ਜੀ, ਜਿਹੜਾ ਇਹਦੀਆਂ ਨਜ਼ਰਾਂ 'ਚ ਸਿਆਣਾ ਜੀ। ਹਾਂਜੀ, ਕਰਾਮਾਤ ਆਪਣੀ ਦਿਖਰਾਵੋ। ਉਹਨਾਂ ਨੂੰ ਆਖੋ ਵੀ ਕੋਈ ਕਰਾਮਾਤ ਵਿਖਾ ਦੇਣ ਸਾਨੂੰ। ਹਾਂਜੀ, ਨਾਹੀਂ ਤਾਂ ਸ਼ਰਾ ਵਿਖੈ ਤੁਮ ਆਵੋ। ਜਾਂ ਫਿਰ ਸ਼ਰਾ ਦੇ ਵਿੱਚ ਉਹਨਾਂ ਨੂੰ ਆਖੋ ਵੀ ਉਹ ਆ ਜਾਣ। ਹਾਂਜੀ, ਸੁਨਤ ਸ਼ਾਹੇ ਤੇ ਐਸ਼ੇ ਉਰਕਾ। ਹਾਂਜੀ, ਨਹੀਂ ਮਹਾਤਮ ਜਾਣਹਿ ਗੁਰ ਕਾ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਗੁਰੂ ਸਾਹਿਬ ਕੀ ਨੇ? ਇਹ ਨਾ ਔਰੰਗਜ਼ੇਬ ਹੀ ਸਮਝਦਾ ਤੇ ਨਾ ਉਹ ਮੂਰਖ ਮੌਲਾਣਾ ਹੀ ਸਮਝਦਾ ਜੀ। ਮੌਲਾਣੇ ਨੇ ਔਰੰਗਜ਼ੇਬ ਦੀ ਗੱਲ ਸੁਣੀ ਜੀ ਧਿਆਨ ਨਾਲ। ਹਾਂਜੀ, ਜਿਸ ਥਲ ਹੁਤੇ ਸੋ ਆਏ ਮੌਲਾਨਾ। ਜਿਸ ਥਾਂ ਤੇ ਹਜੂਰ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬੈਠੇ ਸਨ, ਉਸ ਥਾਂ ਤੇ ਮੌਲਾਣਾ ਚੱਲ ਕੇ ਆਇਆ। ਕੁਦਰਤੀ ਹੈ, ਜਦੋਂ ਅਸੀਂ ਕਿਸੇ ਬੰਦੇ ਨੂੰ ਕਿਸੇ ਨੂੰ ਸਮਝਾਉਣ ਭੇਜੀਏ ਤਾਂ ਬੰਦਾ ਆਪਣੇ ਆਪ ਨੂੰ ਬੜਾ ਸਿਆਣਾ ਸਮਝ ਕੇ ਜਾਂਦਾ। ਗੱਜ ਕੇ ਆਖੋ ਵਾਹਿਗੁਰੂ। ਵੀ ਮੈਂ ਵਾਕਈ ਬੜਾ ਸਿਆਣਾ ਜਿਹੜਾ ਮੈਨੂੰ ਭੇਜਿਆ ਜਾ ਰਿਹਾ ਜੀ। ਬੜਾ ਵੱਡਾ ਕਹਿੰਦਾ ਕਹਾਉਂਦਾ ਉਹ ਮੌਲਾਣਾ ਸੀਗਾ ਜੀ। ਮੌਲਾਣਾ ਆਪਣੇ ਆਪ ਨੂੰ ਬੜਾ ਸਮਝਦਾਰ ਸਮਝ ਕੇ ਤੁਰ ਪਿਆ ਉਸ ਪਾਸੇ ਜੀ। ਹਾਂਜੀ, ਕਹਿਓ ਸ਼ਾਹੂ ਕੋ ਸਕਲ ਬਖਾਨਾ। ਮਹਾਰਾਜ ਸਾਹਿਬ ਦੇ ਕੋਲ ਆਇਆ, ਕੋਈ ਉਹਨੇ ਨਮਸਕਾਰ ਨਹੀਂ ਮਹਾਰਾਜ ਨੂੰ ਕੀਤੀ, ਪਰ ਆਪਾਂ ਕਰੀਏ ਸਾਰੇ। ਆਖੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਧੰਨ ਮਹਾਰਾਜ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਆਇਆ ਤੇ ਮਹਾਰਾਜ ਸਾਹਿਬ ਨੂੰ ਔਰੰਗਜ਼ੇਬ ਦਾ ਮੈਸੇਜ ਦੇ ਰਿਹਾ ਜੀ ਉਹ। ਹਾਂਜੀ, ਹਜ਼ਰਤ ਨੇ ਭੇਜਿਓ ਤੁਮ ਤੀਰ। ਕਹਿਣ ਲੱਗਾ ਜੀ ਮੈਨੂੰ ਹਜ਼ਰਤ ਨੇ ਭਾਵ ਔਰੰਗਜ਼ੇਬ ਨੇ ਤੁਹਾਡੇ ਕੋਲ ਭੇਜਿਆ। ਭਨੋ ਜੇ ਅਹੋ ਹਿੰਦ ਕੇ ਪੀਰ। ਤੇ ਸਾਰੇ ਤੁਹਾਨੂੰ ਹਿੰਦੂਆਂ ਦਾ ਪੀਰ ਕਹਿੰਦੇ ਨੇ, ਹਿੰਦੂਆਂ ਦਾ ਗੁਰੂ ਕਹਿੰਦੇ ਨੇ ਸਾਰੇ ਤੁਹਾਨੂੰ। ਹਾਂਜੀ, ਲੱਖੋਂ ਸਿੱਖ ਕਹਾਏ ਤੁਮਾਰੇ। ਲੱਖਾਂ ਹੀ ਸਿੱਖ ਨੇ ਤੁਹਾਡੇ। ਇਹ ਉਹਨਾਂ ਨੂੰ ਵੀ ਪਤਾ ਜੀ ਵੀ ਇਹ ਹਿੰਦੂ ਧਰਮ ਦੀ ਰੱਖਿਆ ਵਾਸਤੇ ਆਏ ਨੇ। ਲੱਖਾਂ ਸਿੱਖ ਇਹਨਾਂ ਦੇ ਵੀ ਹੈਗੇ ਨੇ ਜੀ। ਪਤਾ ਤਾਂ ਹੈਗਾ ਉਹਨਾਂ ਨੂੰ ਸਾਰੀ ਗੱਲ ਦਾ ਜੀ। ਕਹਿਣ ਲੱਗਾ ਜੀ ਵੇਖੋ ਤੁਹਾਡੇ ਵੀ ਲੱਖਾਂ ਹੀ ਸਿੱਖ ਨੇ। ਹਾਂਜੀ, ਸਭ ਮਨ ਹੈ ਕਰ ਭਾਉ ਉਦਾਰੇ। ਹਿੰਦੂ ਜਗਤ ਵੀ ਤੇ ਸਿੱਖ ਜਗਤ ਵੀ ਮਹਾਰਾਜ ਤੁਹਾਨੂੰ ਭਾਵਨਾ ਨਾ ਮੰਨਦਾ ਜੀ। ਚਲੋ ਮਹਾਰਾਜ ਸ਼ਬਦ ਤਾਂ ਨਹੀਂ ਉਸ ਪਾਪੀ ਨੇ ਵਰਤਿਆ ਹੋਏਗਾ, ਪਰ ਕਹਿਣ ਲੱਗਾ ਸਾਰੇ ਤੁਹਾਨੂੰ ਭਾਵਨਾ ਨਾ ਮੰਨਦੇ ਨੇ। ਹਾਂਜੀ, ਧਨ ਆਦਿਕ ਵਸਤੂ ਅਰਪੰਤੇ। ਸਾਨੂੰ ਪਤਾ ਤੁਹਾਡੇ ਕੋਲ ਮਾਇਆ ਦੀ ਪਹਿਲਾਂ ਹੀ ਕੋਈ ਕਮੀ ਨਹੀਂ ਹੈਗੀ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਹਿੰਦੂ ਜਗਤ ਵੀ ਨਮਸਕਾਰਾਂ ਕਰਦਾ ਤੇ ਸਿੱਖ ਜਗਤ ਵੀ ਤੁਹਾਨੂੰ ਨਮਸਕਾਰ ਕਰਦਾ। ਹਾਂਜੀ, ਬੈਠੋ ਤੁਮ ਬਨ ਗੁਰੂ ਮਹੰਤੇ। ਕਿਉਂ ਜਗਤ ਦੇ ਵਿੱਚ ਤੁਸੀਂ ਮਹਾਨ ਗੁਰੂ ਹੋ, ਇਸ ਗੱਲ ਦਾ ਸਭ ਨੂੰ ਪਤਾ। ਮੌਲਵੀ ਵੇਖੋ ਧਾਰਮਿਕ ਬੰਦਾ ਜੀ, ਤੇ ਸਾਡੇ ਮਹਿਕਮੇ 'ਚ ਜਿਹੜਾ ਤਰੱਕੀ ਵਿੱਚ ਹੋਵੇ ਤੇ ਸਾਨੂੰ ਪਤਾ ਹੀ ਹੁੰਦਾ ਵੀ ਇਸ ਬੰਦੇ ਦੀ ਬੜੀ ਤਰੱਕੀ ਹੈਗੀ ਜੀ। ਮੌਲਵੀ ਨੂੰ ਵੀ ਪਤਾ ਵੀ ਮਹਾਰਾਜ ਗੁਰੂ ਨੇ ਜੀ। ਕਹਿਣ ਲੱਗਾ ਤੁਸੀਂ ਜਗਤ ਦੇ ਗੁਰੂ ਹੋ, ਲੋਕ ਤੁਹਾਨੂੰ ਗੁਰੂ ਕਹਿੰਦੇ ਨੇ। ਹਾਂਜੀ, ਅਜਮਤ ਧਰ ਕਰ ਗੁਰੂ ਕਹਾਵਹੁ। ਤੇ ਇਹ ਵੀ ਸਭ ਨੂੰ ਪਤਾ ਵੀ ਤੁਹਾਡੇ 'ਚ ਤਾਕਤ ਵੀ ਹੈਗੀ ਹੈ। ਗੱਜ ਕੇ ਆਖੋ ਵਾਹਿਗੁਰੂ। ਮੌਲਵੀ ਨੂੰ ਵੀ ਸਾਰੀਆਂ ਗੱਲਾਂ ਦਾ ਪਤਾ, ਕਿਉਂ ਮਹਿਕਮਾ ਇੱਕ ਹੈ ਨਾ ਜੀ। ਮਹਿਕਮਾ ਇੱਕ ਹੈ, ਉਹ ਵੀ ਧਾਰਮਿਕ ਬੰਦਾ ਜੀ। ਕਹਿਣ ਲੱਗਾ ਇਹ ਵੀ ਪਤਾ ਹੈ ਵੀ ਤੁਹਾਡੇ 'ਚ ਤਾਕਤਾਂ ਵੀ ਹੈਗੀਆਂ। ਹਾਂਜੀ, ਸੋ ਹਜ਼ਰਤ ਕੋ ਤੁਮ ਦਿਖਰਾਵੋ। ਬਸ ਇੱਕ ਕੰਮ ਕਰਨਾ। ਮਹਾਰਾਜ ਨੂੰ ਕਿਹੜਾ ਨਹੀਂ ਸੀ ਪਤਾ ਜੀ, ਜੋ ਕਹਿ ਰਿਹਾ ਬੋਲ ਰਿਹਾ। ਗੁਰਮੁਖੋ ਸਾਡੀਆਂ ਚੁਸਤੀ ਚਲਾਕੀ ਦੀਆਂ ਜਿਹੜੀਆਂ ਗੱਲਾਂ ਉਹ ਨਾ ਦੁਨੀਆ ਦੇ ਬੰਦਿਆਂ ਅੱਗੇ ਚੱਲਦੀਆਂ, ਮਹਾਰਾਜ ਅੱਗੇ ਨਹੀਂ ਚੱਲਦੀਆਂ ਜੀ। ਗੁਰੂ ਸਾਹਿਬ ਅੱਗੇ ਨਹੀਂ ਚੁਸਤੀ ਚਲਾਕੀ ਦੀ ਗੱਲ ਚੱਲਦੀ ਜੀ।
ਮਹਾਰਾਜ ਨੂੰ ਪਤਾ ਤਾਂ ਹੈਗਾ ਸਾਰਾ ਵੀ ਇਹ ਇੰਨੀ ਮਿੱਠੀ ਬੋਲੀ ਕਿਉਂ ਬੋਲਣ ਲੱਗ ਪਿਆ ਜੀ। ਕਹਿਣ ਲੱਗਾ ਜੀ ਤੁਸੀਂ ਇੱਕ ਕੰਮ ਕਰੋ, ਮਹਾਰਾਜ ਨੂੰ ਕੋਈ ਨਾ ਕੋਈ ਕਰਾਮਾਤ, ਵਾਹਿਗੁਰੂ ਔਰੰਗਜ਼ੇਬ ਨੂੰ ਕੋਈ ਕਰਾਮਾਤ ਵਿਖਾ ਦਿਓ, ਇੰਨਾ ਕੁ ਕੰਮ ਕਰ ਲਓ। ਹਾਂਜੀ, ਜਿਮ ਭਾਖਾ ਹੈ ਤਿਮ ਕੀਜੈ ਹੈ ਆਪੂ। ਬਸ ਜਿਵੇਂ ਔਰੰਗਜ਼ੇਬ ਨੇ ਆਖਿਆ ਉਵੇਂ ਕਰ ਲਓ। ਕਹਿਣ ਲੱਗਾ ਬਸ ਕੋਈ ਜ਼ਿਆਦਾ ਨਹੀਂ ਅਸੀਂ ਤੁਹਾਨੂੰ ਆਖਦੇ। ਹਾਂਜੀ, ਲਖ ਹੈ ਤੁਹਾਰੋ ਬੜ ਪ੍ਰਤਾਪੂ। ਔਰੰਗਜ਼ੇਬ ਤੁਹਾਡਾ ਵੱਡਾ ਪ੍ਰਤਾਪ ਪਹਿਲਾਂ ਹੀ ਬੜਾ ਜਾਣਦਾ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਉਹ ਮੌਲਾਨਾ ਜਿਹੜਾ ਸਮਝਾਉਣ ਆਇਆ ਨਾ ਜੀ, ਸਿਆਣਾ ਆਪਣੇ ਆਪ ਨੂੰ ਸਮਝਦਾ, ਉਹ ਮਹਾਰਾਜ ਨੂੰ ਕਹਿ ਰਿਹਾ, ਬੜੀ ਮਿੱਠੀ ਬੋਲੀ 'ਚ ਗੱਲ ਕਰ ਰਿਹਾ। ਔਰੰਗਜ਼ੇਬ ਪਹਿਲਾਂ ਹੀ ਤੁਹਾਨੂੰ ਬੜੇ ਵੱਡੇ ਪ੍ਰਤਾਪ ਵਾਲੇ ਸਮਝਦੇ, ਪਰ ਉਹ ਹੋਰ ਵੱਡਾ ਪ੍ਰਤਾਪ ਤੁਹਾਡਾ ਮੰਨੇਗਾ। ਤੁਸੀਂ ਇੱਕ ਵਾਰ ਕਰਾਮਾਤ ਵਿਖਾ ਦਿਓ। ਗੁਰਮੁਖੋ, ਗੁਰੂ ਘਰ ਵਿੱਚ ਪੈਰ ਪੈਰ ਤੇ ਕਲਾ ਵਰਤਦੀ ਜੇ, ਇਹਦੇ 'ਚ ਸ਼ੱਕ ਕੋਈ ਨਹੀਂ ਹੈਗਾ। ਭਾਵਨਾ ਰੱਖਣੀ ਹੈ। ਗੱਜ ਕੇ ਸਾਰੇ ਆਖੋ ਵਾਹਿਗੁਰੂ। ਵਾਹਿਗੁਰੂ। ਗੁਰੂ ਘਰ ਵਿੱਚ ਖਿੰਨ ਖਿੰਨ 'ਚ ਕਲਾ ਵਰਤ ਰਹੀ ਹੈ, ਪਰ ਇਹ ਕਿਸੇ ਦੇ ਭਲੇ ਵਾਸਤੇ ਵਰਤ ਰਹੀ ਜੀ। ਆਪਣੇ ਬਚਾਓ ਵਾਸਤੇ, ਆਪਣੀ ਵਡਿਆਈ ਵਾਸਤੇ ਗੁਰੂ ਜੀ ਕਲਾ ਨਹੀਂ ਵਰਤਾਉਂਦੇ ਜੀ। ਉਹ ਬੰਦਾ ਬੜੀ ਮਿੱਠੀ ਬੋਲੀ 'ਚ ਗੱਲ ਕਰੇ ਜੀ ਮਹਾਰਾਜ ਨਾਲ। ਹਾਂਜੀ, ਤਬ ਸ੍ਰੀ ਗੁਰੂ ਨਾਨਕ ਕੇ ਰੂਪ। ਤਾਂ ਸਭ ਨੂੰ ਪਤਾ ਤੁਸੀਂ ਗੁਰੂ ਨਾਨਕ ਸਾਹਿਬ ਜੀ ਦੇ ਆਸਣ ਤੇ ਬੈਠੇ ਤੇ ਗੁਰੂ ਨਾਨਕ ਦੇਵ ਜੀ ਦਾ ਹੀ ਰੂਪ ਹੋ। ਇਸ ਗੱਲ ਦਾ ਕਹਿੰਦਾ ਸਭ ਨੂੰ ਪਤਾ। ਮੁਸਲਮਾਨ ਜਗਤ ਨੂੰ ਵੀ ਇਸ ਗੱਲ ਦਾ ਪਤਾ ਹੈਗਾ ਜੀ। ਗੁਰਮੁਖੋ, ਕਮਾਲ ਦੀ ਗੱਲ ਇਹ ਹੈਗੀ ਹੈ, ਪਤਾ ਔਰੰਗਜ਼ੇਬ ਨੂੰ ਵੀ ਸਾਰੀ ਗੱਲ ਦਾ, ਪਰ ਉਹਦੇ ਕੋਲੋਂ ਇਹ ਪਾਪ ਹੋਣਾ ਹੀ ਹੋਣਾ ਜੀ। ਪਤਾ ਹੈਗਾ ਉਹਨੂੰ ਵੀ ਸਾਰੀਆਂ ਗੱਲਾਂ ਦਾ, ਉਹ ਕਿਹੜਾ ਅਣਜਾਣ ਹੈਗਾ ਜੀ। ਹਾਂਜੀ, ਤੁਮਕੋ ਜਾਣ ਹੈ ਵਲੀ ਅਨੂਪ। ਸਾਰੇ ਤੁਹਾਨੂੰ ਵਲੀ ਮੰਨਦੇ। ਵਲੀ ਮੁਸਲਮਾਨ ਧਰਮ ਵਿੱਚ ਸਾਰੇ ਵਲੀ ਕਹਿੰਦੇ ਨੇ ਵੀ ਇਹ ਵਲੀ ਹਨ। ਹਾਂਜੀ, ਮਾਨੈ ਸ਼ਾਹੂ ਦਰਬ ਕੋ ਦੇ ਹੈ। ਤੇ ਬਸ ਕਰਾਮਾਤ, ਕੋਈ ਕਰਾਮਾਤ ਹੀ ਵਿਖਾ ਦਿਓ। ਗੱਜ ਕੇ ਆਖੋ ਵਾਹਿਗੁਰੂ। ਮੂਰਖ ਇਸ ਗੱਲ ਨੂੰ ਸਮਝ ਨਹੀਂ ਰਹੇ ਵੀ ਜਿੱਦਣ ਦੇ ਆਏ ਉਦੋਂ ਦੀਆਂ ਕਲਾ ਹੀ ਵਰਤਨ ਦਈਆਂ ਜੀ, ਹੋਰ ਉਦੋਂ ਦਾ ਕੀ ਵਰਤ ਰਿਹਾ ਜੀ। ਪ੍ਰੇਤ ਦੇ ਉਸ ਹਵੇਲੀ ਵਿੱਚ ਬੈਠਣਾ ਤੇ ਉਹਦਾ ਉਧਾਰ ਕਰ ਦੇਣਾ ਜੀ। ਇੱਕ ਸਮੇਂ 'ਚ ਕੈਦ 'ਚ ਹੋਣਾ ਜੀ, ਇੱਕ ਸਮੇਂ 'ਚ ਸਿੱਖਾਂ ਦੇ ਘਰ ਹੋਣਾ ਜੀ। ਇੱਕ ਸਮੇਂ 'ਚ ਕੈਦ 'ਚ ਹੋਣਾ, ਇੱਕ ਸਮੇਂ ਦਰਿਆ ਤੇ ਇਸ਼ਨਾਨ ਕਰਦੇ ਹੋਣਾ। ਆਪ ਗਾਂ ਪਵਾਹੀ ਵਿੱਚ ਤੇ ਵਿੱਚੋਂ ਸੂਰ ਬਣ ਬਣ ਬਾਹਰ ਆਈ ਜਾਂਦੇ ਨੇ। ਉਦੋਂ ਦੀ ਕਲਾ ਹੀ ਵੇਖਣ ਦੇ ਨੇ, ਪਰ ਅੱਖਾਂ ਤੇ ਪੱਟੀ ਵੱਜੀ ਹੋਈ ਜੀ। ਉਹ ਮੌਲਾਨਾ ਨਾ ਜੀ ਮਹਾਰਾਜ ਨੂੰ ਬੜੇ ਪਿਆਰ ਨਾਲ ਕਹਿ ਰਿਹਾ, ਕਹਿਣ ਲੱਗਾ ਇੱਕ ਵਾਰੀ ਕਲਾ ਵਿਖਾ ਦਿਓ ਕੋਈ। ਹਾਂਜੀ, ਸਭ ਤੇ ਬੜ ਸਨਮਾਨ ਵਧੈ ਹੈ। ਤੇ ਸਾਰਿਆਂ ਤੋਂ ਵੱਧ ਸਨਮਾਨ ਤੁਹਾਡਾ ਹੋਏਗਾ। ਕਹਿਣ ਲੱਗੇ ਜਿੰਨੇ ਮੁਸਲਮਾਨ ਜਗਤ ਦੇ ਪੀਰ ਨੇ ਨਾ, ਸਾਰੇ ਥੱਲੇ ਦਰਜੇ ਤੇ ਕਰ ਦੇਗਾ ਬਾਦਸ਼ਾਹ, ਤੁਹਾਨੂੰ ਸਭ ਤੋਂ ਵੱਡੇ ਦਰਜੇ ਤੇ ਖੜੇਗਾ ਜੀ। ਜੇ ਬਾਦਸ਼ਾਹ ਤੇ ਖੜਿਆ ਵੱਡੇ ਦਰਜੇ ਤੇ ਕੋਈ ਚਲੇ ਜੇ ਤੇ ਬਾਦਸ਼ਾਹ ਆਪ ਹੀ ਵੱਡਾ ਪੀਰ ਬਣ ਜਾਏ ਜੀ ਫਿਰ ਜੀ। ਹਾਂਜੀ, ਇਹ ਵੱਡੇ ਪੀਰ ਬਾਦਸ਼ਾਹਾਂ ਦੀ ਮਰਜ਼ੀ ਨਾਲ ਨਹੀਂ ਬਣਿਆ ਜਾਂਦਾ, ਪਰਮੇਸ਼ਰ ਦੀ ਮਿਹਰ ਨਾਲ ਬਣਿਆ ਜਾਂਦਾ ਜੀ। ਇੱਕ ਗੱਲ ਸਾਧ ਸੰਗਤ ਜੀ ਬੰਦਾ ਨੋਟ ਰੱਖੇ, ਤੁਹਾਨੂੰ, ਸਾਨੂੰ, ਕਿਸੇ ਨੂੰ ਵੀ ਸਰਕਾਰ ਕੋਈ ਇਹ ਗੱਲ ਕਹਿ ਦੇ ਵੀ ਤੈਨੂੰ ਧਰਮ ਦੀ ਵੱਡੀ ਪਦਵੀ ਤੇ ਬਿਠਾ ਦਿੰਨੇ ਤੇ ਆਹ ਨਿੱਕਾ ਜਿਹਾ ਗਲਤ ਕੰਮ ਕਰਨਾ ਹੀ, ਤੇ ਬੰਦਾ ਰੱਬ ਤੋਂ ਡਰ ਕੇ ਰਹੇ ਜੀ। ਪਦਵੀ ਨੂੰ ਠੋਕਰ ਮਾਰ ਦੇ, ਪਰ ਗਲਤ ਕੰਮ ਵਾਲੇ ਪਾਸੇ ਨਾ ਜਾਏ ਬੰਦਾ ਜੀ। ਇਹੋ ਜਿਹੇ ਬੰਦੇ ਗੁਰੂ ਘਰੋਂ ਮਾਣ ਪ੍ਰਾਪਤ ਕਰ ਲੈਂਦੇ ਜੀ। ਤੇ ਜਿਹੜੇ ਪਦਵੀ ਪ੍ਰਾਪਤ ਕਰਨ ਵਾਸਤੇ ਗਲਤ ਕੰਮ ਕਰਨ ਨੂੰ ਤਿਆਰ ਹੋ ਜਾਂਦੇ ਨਾ ਜੀ, ਮਾਫ ਕਰੋ, ਦੁਨੀਆ ਦੇ ਨਕਸ਼ੇ ਤੇ ਨਹੀਂ ਲੱਭਦੇ ਜੀ ਉਹ ਜੀ। ਤੇ ਜੇ ਲੱਭ ਵੀ ਜਾਣ ਨਾ ਜੀ, ਕਾਲੇ ਅੱਖਰਾਂ 'ਚ ਉਹਨਾਂ ਦਾ ਨਾਂ ਲਿਖਿਆ ਜਾਂਦਾ ਜੀ। ਹੁਣ ਬੜੇ ਧਿਆਨ ਨਾਲ ਸੁਣਨੀ ਹੈ ਗੱਲ। ਉਹ ਮਹਾਰਾਜ ਨੂੰ ਕਹਿੰਦੇ ਤੁਹਾਨੂੰ ਵੱਡੀ ਪਦਵੀ ਦੇ ਦਿਆਂਗੇ। ਗੁਰੂ ਨਾਨਕ ਸਾਹਿਬ ਅੱਗੇ ਜਗਤ ਦੇ ਗੁਰੂ ਨੇ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਜਦੋਂ ਸ਼ੁੱਧ ਪਾਠ ਸੁਣਾਇਆ ਭਾਈ ਗੋਪਾਲਾ ਜੀ ਨੇ ਜਪਜੀ ਸਾਹਿਬ ਦਾ, ਤੇ ਗੁਰੂ ਹਰਗੋਬਿੰਦ ਸਾਹਿਬ ਨੇ ਸਾਰੇ ਜਗਤ ਵਿੱਚ ਧਿਆਨ ਮਾਰਿਆ ਵੀ ਭਾਈ ਗੋਪਾਲਾ ਜੀ ਨੂੰ ਸਭ ਤੋਂ ਵੱਡੀ ਚੀਜ਼ ਕੀ ਦਿੱਤੀ ਜਾਏਗੀ। ਤੇ ਗੁਰੂ ਹਰਗੋਬਿੰਦ ਸਾਹਿਬ ਨੇ ਵੇਖਿਆ ਵੀ ਸਭ ਤੋਂ ਵੱਡੀ ਚੀਜ਼ ਤੇ ਉਹ ਹੈ ਜਿਸ ਆਸਣ ਤੇ ਅਸੀਂ ਬੈਠੇ ਆ। ਕਹਿਣ ਲੱਗੇ
ਹਾਂਜੀ, ਜੋੜੋ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਹੱਥ ਤੇ ਕਹੋ ਸਾਰੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਇਹ ਮਹਾਰਾਜ ਨੂੰ ਵੱਡੀਆਂ ਪਦਵੀਆਂ ਦਾ ਲਾਲਚ ਦਈ ਜਾਂਦੇ ਜੀ। ਹਾਂਜੀ, ਰਾਮ ਰਾਏ ਜਿਮ ਰਸ ਹੈ ਰਾਖਾ। ਉਹ ਮੌਲਾਨਾ ਕਹਿਣ ਲੱਗਾ ਜਿਵੇਂ ਰਾਮ ਰਾਏ ਉਹ ਬਾਦਸ਼ਾਹ ਨਾਲ ਸਹਿਮਤੀ ਬਣਾ ਕੇ ਤੁਰਦਾ ਰਿਹਾ। ਹਾਂਜੀ, ਕਰ ਤੁਸ ਰਹਿਓ ਸ਼ਾਹੂ ਜਿਮ ਭਾਖਾ। ਜਿਵੇਂ ਬਾਦਸ਼ਾਹ ਰਾਮ ਰਾਏ ਜੀ ਨੂੰ ਕਹਿੰਦੇ ਸੀ ਉਵੇਂ ਰਾਮ ਰਾਏ ਜੀ ਕਰਦੇ ਹੁੰਦੇ ਸੀਗੇ। ਕਈ ਵਾਰੀ ਗਲਤ ਨੂੰ ਆਈਡੀਅਲ ਬੰਦਾ ਬਣਾ ਲੈਂਦਾ ਜੀ ਤੇ ਉਹਦੇ ਅਨੁਸਾਰ ਤੁਰਨਾ ਸ਼ੁਰੂ ਹੋ ਜਾਂਦਾ ਜੀ। ਹਾਂਜੀ, ਪਾਤਸ਼ਾਹ ਸੋ ਤਿਸ ਬਨ ਆਈ। ਹਾਂਜੀ, ਸਰਬ ਰੀਤ ਕੀ ਲਹੀ ਵਡਾਈ। ਵੇਖੋ ਬਾਦਸ਼ਾਹ ਨੇ ਕਿੰਨੀ ਵਡਿਆਈ ਉਹਨਾਂ ਦੀ ਕੀਤੀ, ਕਿੰਨੀ ਉਹਨਾਂ ਦੀ ਵਡਿਆਈ ਕੀਤੀ। ਜਦੋਂ ਇਹੋ ਜੀਆਂ ਬਹੁਤ ਸਾਰੀਆਂ ਗੱਲਾਂ ਉਸ ਮੌਲਾਨੇ ਨੇ ਮਹਾਰਾਜ ਨਾਲ ਕੀਤੀਆਂ ਨਾ ਜੀ। ਹਾਂਜੀ, ਸੁਨਤ ਮੁਲਾਨੇ ਤੇ ਬਚ ਐਸੇ। ਹਾਂਜੀ, ਸ੍ਰੀ ਗੁਰੂ ਤੇਗ ਬਹਾਦਰ ਹੱਸੇ। ਤੇ ਹੱਥ ਜੋੜੋ ਤੇ ਗੱਜ ਕੇ ਆਖੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਮਹਾਰਾਜ ਉਹਦੀਆਂ ਕੱਚੀਆਂ ਪਿੱਲੀਆਂ ਦੀਆਂ ਗੱਲਾਂ ਸੁਣ ਕੇ ਹੱਸਣ ਲੱਗ ਪਏ ਜੀ। ਹੁਣ ਮਹਾਰਾਜ ਅੱਗੇ ਤੇ ਕੱਚੀਆਂ ਪਿੱਲੀਆਂ ਹੀ ਨੇ ਨਾ ਜੀ। ਆਪ ਔਰੰਗਜ਼ੇਬ ਦਾ ਨੌਕਰ ਹੈ ਜੀ ਇਹ ਮੌਲਾਨਾ ਜੀ। ਹਾਂਜੀ, ਤੇ ਗੁਰੂ ਸਾਹਿਬ ਨੂੰ ਕਹਿੰਦਾ ਤੁਹਾਨੂੰ ਵੱਡੀ ਪਦਵੀ ਦੇ ਦਿੰਦੇ ਜੀ, ਜਿਹੜੇ ਆਪ ਪਹਿਲਾਂ ਹੀ ਮਾਲਕ ਨੇ, ਰੱਬ ਰੂਪ ਨੇ ਜੀ। ਹਾਂਜੀ, ਤੇ ਮਹਾਰਾਜ ਨੂੰ ਇਹੋ ਜਿਹਾ ਬਚਨ ਉਹ ਕਰਨ ਦਿਆ। ਮਹਾਰਾਜ ਹੱਸਣ ਲੱਗ ਪਏ ਜੀ ਉਹਦੀ ਗੱਲ ਸੁਣ ਕੇ। ਹਾਂਜੀ, ਤੁਮ ਹੈ ਸਲਤਨਤ ਦਈ ਖੁਦਾਏ। ਮਹਾਰਾਜ ਨੇ ਨਾ ਜੀ ਫਿਰ ਥੋੜੇ ਸਖਤ ਬਚਨ ਕੀਤੇ, ਬੜੇ ਧਿਆਨ ਨਾਲ ਸੁਣਨੇ। ਰਾਜੇ ਲੋਕ ਜਿਹੜੇ ਲੀਡਰ ਨੇ ਉਹ ਬੜੇ ਧਿਆਨ ਨਾਲ ਉਹਨਾਂ ਨੂੰ ਇਹਨਾਂ ਗੱਲਾਂ ਦਾ ਚੇਤਾ ਰੱਖਣਾ ਚਾਹੀਦਾ। ਮਹਾਰਾਜ ਕਹਿੰਦੇ ਮੌਲਾਨੇ ਔਰੰਗਜ਼ੇਬ ਬਾਦਸ਼ਾਹ ਨੂੰ ਜਾ ਕੇ ਆਖ ਤੈਨੂੰ ਇਹ ਸਲਤਨਤ, ਤੈਨੂੰ ਇਹ ਰਾਜ ਭਾਗ ਖੁਦਾ ਨੇ ਦਿੱਤਾ, ਪਰਮੇਸ਼ਰ ਨੇ ਦਿੱਤਾ। ਹਾਂਜੀ, ਖਲਕ ਅਦਲ ਹਿਤ ਤਖਤ ਬਿਠਾਏ। ਤੇ ਤਖਤ ਤੇ ਪਤਾ ਕਿਉਂ ਬੈਠਾ? ਅਦਲ ਹਿਤ, ਤਖਤ ਤੇ ਨਿਆਂ ਕਰਨ ਲਈ ਬਿਠਾਇਆ। ਇਹਨੂੰ ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਨਿਆਂ ਕਰਨ ਵਾਸਤੇ ਔਰੰਗਜ਼ੇਬ ਨੂੰ ਆਖੋ ਤੈਨੂੰ ਤਖਤ ਤੇ ਬਿਠਾਇਆ ਪਰਮੇਸ਼ਰ ਨੇ। ਹਾਂਜੀ, ਜੋ ਤੁਮ ਕਰ ਹੋ ਖਲਕਤ ਅਦਲ। ਜਿੰਨਾ ਚਿਰ ਤੱਕ ਔਰੰਗਜ਼ੇਬ ਦੁਨੀਆ ਦੇ ਨਾਲ ਨਿਆਂ ਕਰੇਗਾ ਨਾ, ਹਾਂਜੀ, ਪਾਵੋਗੇ ਖੁਦਾਏ ਤੇ ਫਜ਼ਲ। ਉਹਨੂੰ ਕਹੋ ਖੁਦਾ ਦਾ ਫਜ਼ਲ ਤੈਨੂੰ ਪ੍ਰਾਪਤ ਹੁੰਦਾ ਰਹੇਗਾ, ਰੱਬ ਦੀ ਮਿਹਰ ਤੈਨੂੰ ਮਿਲਦੀ ਰਹੇਗੀ ਜੀ। ਬੜੇ ਮਹਾਰਾਜ ਨੇ ਧੜਕ ਹੋ ਕੇ ਜਵਾਬ ਦਿੱਤੇ ਜੀ ਉਹਨੂੰ। ਗੱਜ ਕੇ ਆਖੋ ਵਾਹਿਗੁਰੂ। ਕੱਚੀ ਪਿੱਲੀ ਗੱਲ ਤੇ ਗੁਰੂ ਦਾ ਸਿੱਖ ਨਹੀਂ ਕਰਦਾ ਜੀ। ਉਹ ਥੋੜਾ ਜਿਹਾ ਗੱਜ ਕੇ ਜਵਾਬ ਦੇ ਦਿੰਦਾ ਜੀ। ਹਾਂਜੀ, ਹੋਏ ਬੇਅਦਲੀ ਤਉ ਪਛਤਾਵੋ। ਤੇ ਜੇ ਉਹਦੇ ਕੋਲੋਂ ਅਨਿਆਂ ਹੋ ਗਿਆ ਨਾ ਤੇ ਆਪਣੇ ਬਾਦਸ਼ਾਹ ਨੂੰ ਜਾ ਕੇ ਸਮਝਾ ਦੇ। ਬਾਦਸ਼ਾਹ ਨੂੰ ਦਿਨ ਰਾਤ ਚਿੰਤਾ ਲੱਗੀ ਰਹੇਗੀ ਤੇ ਬਾਦਸ਼ਾਹ ਜਿੰਨਾ ਚਿਰ ਜਿਉਂਦਾ ਰਹੇਗਾ ਪਛਤਾਉਂਦਾ ਰਹੇਗਾ ਜੀ। ਸਤਿਗੁਰੂ ਸ਼ਹੀਦ ਹੋ ਗਏ ਜੀ। ਜਿੰਨਾ ਚਿਰ ਔਰੰਗਜ਼ੇਬ ਧਰਤੀ ਤੇ ਰਿਹਾ ਪਛਤਾਉਂਦਾ ਹੀ ਰਿਹਾ ਜੀ, ਪਛਤਾਉਂਦਾ ਹੀ ਰਿਹਾ। ਉਹ ਕਥਾ ਅੱਗੇ ਜਾ ਕੇ ਆਏਗੀ ਜੀ ਸਾਰੀ ਜੀ। ਹਾਂਜੀ, ਮਹਾਰਾਜ ਕਹਿਣ ਲੱਗੇ ਔਰੰਗਜ਼ੇਬ ਨੂੰ ਜਾ ਕੇ ਕਹਿ ਦਿਓ ਬੜਾ ਪਛਤਾਏਗਾ ਜੇ ਉਹਨੇ ਅਨਿਆਂ ਕੀਤਾ ਤੇ। ਹਾਂਜੀ, ਸਰਬ ਰਾਜ ਐਸ਼ਵਰਜ ਗਵਾਵੋ। ਸਾਰਾ ਰਾਜ ਭਾਗ ਸੁੱਖ ਸਹੂਲਤਾਂ ਸਭ ਨਾਸ ਹੋ ਜਾਣਗੀਆਂ ਉਹਦੀਆਂ। ਕਹਿਣ ਲੱਗੇ ਹਾਂਜੀ, ਕਰਾਮਾਤ ਕੋ ਨਾਮ ਕਹਿਰ ਹੈ। ਤੇ ਹੱਥ ਜੋੜੋ ਤੇ ਗੱਜ ਕੇ ਆਖੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਇਹਨਾਂ ਬਚਨਾਂ ਨੂੰ ਬੜੇ ਧਿਆਨ ਨਾਲ ਆਪਾਂ ਸਮਝਣਾ ਜੀ। ਇਸ ਬਚਨ ਦਾ ਅੱਧਾ ਅਰਥ ਲੈ ਕੇ ਤੇ ਆਪਾਂ ਬੜੀਆਂ ਗੁਰੂ ਦੀਆਂ ਕਲਾਵਾਂ ਦਾ ਵੀ ਖੰਡਨ ਕਰ ਦਿੰਦੇ ਜੀ। ਜਿੱਥੇ ਜਿੱਥੇ ਮਹਾਰਾਜ ਨੇ ਅਜਮਤ ਕੀਤੇ ਲੋਕਾਂ ਦੇ ਭਲੇ ਵਾਸਤੇ ਵਿਖਾਈ ਜੀ। ਮਹਾਰਾਜ ਕਹਿਣ ਲੱਗੇ ਔਰੰਗਜ਼ੇਬ ਨੂੰ ਕਹਿ ਦਿਓ ਆਪਣੇ ਬਚਾਓ ਵਾਸਤੇ ਜਾਂ ਆਪਣੀ ਵਡਿਆਈ ਵਾਸਤੇ ਜਿਹੜੀ ਕਰਾਮਾਤ ਵਿਖਾਉਣੀ ਹੈ ਉਹ ਕਹਿ ਰਹਿ ਗਈ। ਕਹਿਣ ਲੱਗੇ ਉਹ ਕਹਿ ਰਹਿ ਗਈ ਹੈ, ਆਪਣੀ ਵਡਿਆਈ ਵਾਸਤੇ ਨਹੀਂ ਵਿਖਾਉਣੀ, ਆਪਣੇ ਬਚਾਓ ਵਾਸਤੇ ਨਹੀਂ ਅਸੀਂ ਵਿਖਾਉਣੀ। ਕਹਿਣ ਲੱਗੇ ਉਹ ਕਹਿ ਰਹਿ ਗਈ ਹੈ। ਹਾਂਜੀ, ਕਰ ਹੈ ਨਾ ਸੰਤ ਸਮਾਨ ਸਿਹਰ ਹੈ। ਸੰਤ ਜਿਹੜੇ ਨੇ ਉਹ ਨਿੱਕੇ ਨਿੱਕੇ ਜਾਦੂ ਟੂਣੇ ਨਹੀਂ ਕਰਦੇ ਫਿਰਦੇ। ਗੱਜ ਕੇ ਆਖੋ ਵਾਹਿਗੁਰੂ। ਉਹ ਇਹੋ ਜਿਹੇ ਜਾਦੂ ਟੂਣੇ ਨਹੀਂ ਕਰਦੇ। 10ਵੇਂ ਪਾਤਸ਼ਾਹ ਮਹਾਰਾਜ ਨੇ ਬਚਨ ਕਿਹਾ ਨਾਟਕ ਚੇਟਕ ਕੀਏ ਕੁਕਾਜਾ। ਇਹਨਾਂ ਕੰਮਾਂ ਨੂੰ ਕੁਕਾਜ ਆਖਿਆ, ਆਪਣੀ ਵਡਿਆਈ ਵਾਸਤੇ ਕੁਝ ਕਰਨਾ। ਪ੍ਰਭ ਲੋਗਨ ਕਹਿ ਆਵਤ ਲਾਜਾ।
ਹੁਣ ਸੁਣੋ, ਮਹਾਰਾਜ ਕਹਿਣ ਲੱਗੇ, ਮਹਾਰਾਜ ਕਹਿੰਦੇ ਇਹੋ ਜਿਹੇ ਨਿੱਕੇ ਮੋਟੇ ਜਾਦੂ ਟੂਣੇ ਨਹੀਂ ਅਸੀਂ ਕਰਦੇ ਫਿਰਦੇ, ਕਹਿਣ ਲੱਗੇ ਹਾਂਜੀ। ਕਰ ਅਜਮਤ ਦਿਖਰਾਏ ਉਦਾਰਾ, ਮਹਾਰਾਜ ਕਹਿੰਦੇ ਤੁਹਾਨੂੰ ਕਰਾਮਾਤ ਕਰਕੇ ਜੇ ਵਿਖਾ ਦਈਏ ਤੇ ਹਾਂਜੀ ਗੁਨਹਗਾਰ ਦਰਗਾਹ ਮਝਾਰਾ, ਤੇ ਰੱਬ ਦੀ ਦਰਗਾਹ ਵਿੱਚ ਅਸੀਂ ਗੁਨਹਗਾਰ ਹੋ ਜਾਾਂਗੇ ਤੇ ਰੱਬ ਨਾਲ ਟੀਚਰ ਕਰਨ ਦੇ ਬਰਾਬਰ ਹੋ ਗਿਆ ਜੀ। ਗੱਜ ਕੇ ਆਖੋ ਵਾਹਿਗੁਰੂ। ਕਿਸੇ ਦਾ ਜੀਵਨ ਬਦਲਣਾ, ਕਿਸੇ ਦਾ ਭਲਾ ਕਰਨਾ ਗੱਲ ਵੱਖਰੀ ਹੈ, ਐਵੇਂ ਵਡਿਆਈ ਵਾਸਤੇ ਕਰਾਮਾਤ ਵਿਖਾਉਣੀ ਤੇ ਰੱਬ ਨਾਲ ਟੀਚਰ ਕਰਨ ਦੇ ਬਰਾਬਰ ਹੈਗਾ, ਕਹਿਣ ਲੱਗੇ ਹਾਂਜੀ। ਨਿਜ ਨਿਜ ਧਰਮ ਸਭਨ ਕਹੋ ਪਿਆਰੇ, ਆਪੋ ਆਪਣਾ ਧਰਮ ਸਭ ਨੂੰ ਪਿਆਰਾ। ਕਰਾਮਾਤ ਦਾ ਜਵਾਬ ਦੇਤਾ ਅਸੀਂ ਨਹੀਂ ਰਖਾਉਣੀ ਜੀ। ਦੂਜਾ ਜੇ ਧਰਮ ਬਦਲਣ ਦੀ ਗੱਲ ਕਹਿ ਰਹੇ ਹੋ, ਔਰੰਗਜ਼ੇਬ ਨੂੰ ਕਹੋ ਤੈਨੂੰ ਤੇਰਾ ਧਰਮ ਚੰਗਾ ਲੱਗਦਾ, ਸਾਨੂੰ ਸਾਡਾ ਲੱਗਦਾ, ਕਹਿਣ ਲੱਗੇ ਹਾਂਜੀ। ਜੋ ਜਿਸ ਧਾਰਤ ਸੋ ਤਿਸ ਧਾਰੇ, ਜਿਹੜਾ ਜਿਸ ਧਰਮ ਵਿੱਚ ਆਇਆ ਉਹ ਆਪਣੇ ਧਰਮ ਚ ਰਹੇ ਖੁਸ਼ੀ ਨਾਲ ਹਾਂਜੀ। ਹਮ ਤੋਂ ਦੋਨੋਂ ਬਾਤ ਨਾ ਮੰਨ ਹੈ, ਅਸੀਂ ਤੇ ਔਰੰਗਜ਼ੇਬ ਨੂੰ ਕਹਿ ਦਿਓ ਵੀ ਤੇਰੀਆਂ ਦੋਵੇਂ ਗੱਲਾਂ ਨਹੀਂ ਉਹ ਮੰਨਣੀਆਂ ਜੀ। ਨਾ ਉਹਨੂੰ ਆਖੋ ਵੀ ਕਰਾਮਾਤ ਵਾਲੀ ਗੱਲ ਹੀ ਮੰਨਦੇ ਨੇ, ਤੇ ਨਾ ਉਹਨੂੰ ਆਖੋ ਵੀ ਉਹ ਧਰਮ ਵਾਲੀ ਗੱਲ ਵੀ ਨਹੀਂ ਮੰਨਦੇ, ਉਹ ਧਰਮ ਛੱਡਣ ਵਾਸਤੇ ਵੀ ਤਿਆਰ ਨਹੀਂ ਹੈਗੇ ਜੀ ਹਾਂਜੀ। ਕਰੇ ਸ਼ਾਹੂ ਜੈਸੇ ਮਨ ਜਾਣ ਹੈ, ਜਾਓ ਉਹਨੂੰ ਆਖੋ ਜੋ ਚੰਗਾ ਲੱਗਦਾ ਉਹ ਕਰੇ, ਕਹਿਣ ਲੱਗੇ ਗੱਜ ਕੇ ਆਖੋ। ਕਿਉਂ ਪੈ ਕਾਹੂ ਕੋ ਦੇਤ ਨਹਿ, ਨਹਿ ਪੈ ਮਾਨਤ ਆਨ। ਮਹਾਰਾਜ ਕਦੀ ਕਿਸੇ ਦਾ ਪੈ ਨਹੀਂ ਮੰਨਦੇ ਜੀ। ਪਹਿਲੀ ਗੱਲ ਕਿਸੇ ਨੂੰ ਡਰਾਵਾ ਦਿੰਦੇ ਨਹੀਂ, ਅੱਜ ਕੇ ਆਖੋ ਵਾਹਿਗੁਰੂ। ਤੇ ਜੇ ਆਪਣਾ ਕੋਈ ਡਰਾਵਾ ਦੇ ਤੇ ਉਹਦਾ ਡਰਾਵਾ ਲੈਂਦੇ ਵੀ ਨਹੀਂ ਜੀ ਹਾਂਜੀ। ਪੈ ਕਾਹੂ ਕੋ ਦੇਤ ਨਹਿ, ਨਹਿ ਪੈ ਮਾਨਤ ਆਨ। ਮਹਾਰਾਜ ਕਹਿੰਦੇ ਨੇ ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਨ। ਗਿਆਨਵਾਨ ਤੇ ਪੁਰਸ਼ ਹੀ ਹੋਵੇ ਜੀ। ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਨ। ਉਹ ਗਿਆਨਵਾਨ ਪੁਰਸ਼ ਹੈਗਾ ਜੀ, ਉਹ ਸੰਤ ਹੈ ਜੀ, ਉਹ ਰੱਬ ਦਾ ਪਿਆਰਾ। ਨਾ ਡਰ ਲਵੇ ਤੇ ਨਾ ਡਰ ਦਵੇ ਕਿਸੇ ਨੂੰ ਜੀ। ਕਈਆਂ ਨੂੰ ਹੈਗੀ ਆਦਤ ਐਵੇਂ ਲੋਕਾਂ ਨੂੰ ਡਰਾਈ ਜਾਣਾ ਜੀ, ਐਵੇਂ ਹੀ ਜੀ ਦਬਕੇ ਜੇ ਮਾਰੀ ਜਾਣੇ ਜੀ, ਐਵੇਂ ਡਰਾਈ ਜਾਣਾ ਜੀ। ਹਕੂਮਤ ਕਰਨ ਦੀ ਆਦਤ ਹੁੰਦੀ ਜੀ ਹਾਂਜੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਰੱਬ ਦੇ ਪਿਆਰਿਆਂ ਚ ਐਸਾ ਨਹੀਂ ਹੁੰਦਾ ਜੀ। ਨਹੀਂ ਮੰਨਿਆ ਭੈ ਔਰੰਗਜ਼ੇਬ ਦਾ, ਮਹਾਰਾਜ ਕਹਿੰਦੇ ਜਾਓ ਔਰੰਗਜ਼ੇਬ ਨੂੰ ਆਖੋ ਜੋ ਕਰਨਾ ਕਰ ਦੇਵੇ, ਅਸੀਂ ਨਾ ਕਰਾਮਾਤ ਹੀ ਵਿਖਾਉਣੀ ਚਾਹੀਦੀ, ਨਾ ਅਸੀਂ ਧਰਮ ਹੀ ਛੱਡਣਾ ਚਾਹੀਦੀ। ਜੇ ਕਰਾਮਾਤ ਵਿਖਾਤੀ ਫਿਰ ਤੇ ਝੁਕ ਗਏ ਜੀ ਉਹਨਾਂ ਅੱਗੇ ਜੀ, ਫਿਰ ਤੇ ਉਹਨਾਂ ਦੀ ਗੱਲ ਮੰਨ ਲਈ ਹੈ ਜੀ ਹਾਂਜੀ। ਫਿਰ ਔਰੰਗਜ਼ੇਬ ਨੇ ਇਹ ਕਹਿ ਦੇਣਾ ਸੀ ਵੀ ਛੱਡ ਦਿਓ ਕੋਈ ਗੱਲ ਨਹੀਂ, ਇਹਨਾਂ ਨੇ ਆਪਣੀ ਜਾਨ ਬਚਾਉਣ ਵਾਸਤੇ ਦੱਸਤਾ ਵੀ ਸਾਡੇ 'ਚ ਵੀ ਕੋਈ ਤਾਕਤ ਹੈਗੀ ਹੈ ਜੀ। ਕਰਾਮਾਤ ਵਿਖਾ ਦਿੱਤੀ ਆਪਣੇ ਬਚਾਓ ਵਾਸਤੇ ਜੀ। ਆਓ ਇਹ ਸ਼ਲੋਕ ਸਾਰੇ ਧਿਆਨ ਨਾਲ ਪੜੋ ਤੇ ਸਮਝਣ ਦਾ ਯਤਨ ਕਰਿਓ। ਗੱਜ ਕੇ ਆਖੋ ਵਾਹਿਗੁਰੂ। ਪੈ ਕਾਹੂ ਕੋ ਦੇਤ ਨਹਿ, ਨਹਿ ਪੈ ਮਾਨਤ ਆਨ। ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਨ। ਮਹਾਰਾਜ ਸੱਚੇ ਪਾਤਸ਼ਾਹ ਨੇ ਬੜੇ ਨਿਰਭੈ ਹੋ ਕੇ ਉਹਨੂੰ ਉੱਤਰ ਦਿੱਤਾ ਜੀ। ਉਹ ਤੇ ਹੈ ਹੀ ਨਿਰਭਉ ਨਿਰਵੈਰ ਨੇ ਜੀ ਹਾਂਜੀ। ਨਿਮਰ ਭੂਤ ਜਬ ਕੀਨ ਬਖਾਨ, ਹਾਂਜੀ ਮਤੀ ਦਾਸ ਨਿਜ ਗੁਰੂ ਦੀਵਾਨ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਇਸ ਤਰ੍ਹਾਂ ਉਹਨਾਂ ਨੂੰ ਉੱਤਰ ਦਿੱਤਾ ਜੀ, ਅੱਗੋਂ ਫਿਰ ਜਿਹੜਾ ਪ੍ਰਸੰਗ ਹੈ ਉਹ ਆਪਾਂ ਸਾਧ ਸੰਗਤ ਜੀ ਕੱਲ ਨੂੰ ਸਰਵਣ ਕਰਾਂਗੇ ਹਾਂਜੀ। ਜਿੱਥੇ ਨਿਰਭੈ ਹੋ ਕੇ ਮਹਾਰਾਜ ਨੇ ਉੱਤਰ ਦਿੱਤਾ, ਉੱਥੇ ਮਹਾਰਾਜ ਨੇ ਆਪਣੇ ਅੰਦਰ ਦੀ ਨਿਮਰਤਾ ਵੀ ਹੋਵੇ ਰੱਖੀ ਜੀ। ਆਪਣੀ ਇਹ ਮਹਾਰਾਜ ਦੀਆਂ ਖੇਡਾਂ ਮਹਾਰਾਜ ਜੀ ਜਾਣਦੇ। ਸਹਿਜ ਆਨੰਦ ਰੱਖਿਓ ਗ੍ਰਹਿ ਪੀਤਰ, ਉਹਨੂੰ ਨਹੀਂ ਡੋਲਣ ਦਿੱਤਾ ਜੀ। ਜਦੋਂ ਮਹਾਰਾਜ ਸਾਹਿਬ ਨੇ ਐਸੇ ਬਚਨ ਕੀਤੇ ਤੇ ਫਿਰ ਭਾਈ ਮਤੀ ਦਾਸ ਜੀ ਨੂੰ ਜੋਸ਼ ਆਇਆ ਜੀ। ਉਹਨਾਂ ਕੁਝ ਬਚਨ ਕਰਨੇ ਨੇ, ਉਹ ਬਚਨ ਗੁਰਮੁਖੋ ਆਪਾਂ ਕੱਲ ਦੇ ਪ੍ਰਸੰਗਾਂ ਵਿੱਚ ਸਰਵਣ ਕਰਾਂਗੇ। ਤੇ ਫਿਰ ਹੋ ਸਕਦਾ
ਕੱਲ ਦੇ ਪ੍ਰਸੰਗ ਵਿੱਚ ਫਿਰ ਭਾਈ ਮਤੀ ਦਾਸ ਜੀ ਦੇ ਸ਼ਹਾਦਤ ਵਾਲੇ ਬਚਨ ਵੀ ਆਉਣ ਜੀ। ਕਿਉਂ ਜਦੋਂ ਉਹਨਾਂ ਜੁਰਤ ਵਾਲੇ ਬਚਨ ਕਰਨੇ ਨੇ, ਇਹਨਾਂ ਪਾਪੀਆਂ ਨੇ ਸੜਨਾ, ਇਹਨਾਂ ਆਖਣਾ ਹੋਏ ਸਿੱਖ ਨੂੰ ਮਾਰੋ ਕਹਿਣ ਲੱਗੇ, ਆਪੇ ਕਿਤੇ ਜੇ ਇਸ ਤਰੀਕੇ ਨਾਲ ਮਾਰੋ ਵੀ ਗੁਰੂ ਜੀ ਬੈਠੇ ਵੇਖ ਕੇ ਡਰ ਜਾਣ ਜੀ। ਤੇ ਗੁਰਮੁਖੋ ਚਾਂਦਨੀ ਚੌਂਕ ਵਿੱਚ ਦੁਸ਼ਟਾਂ ਨੇ ਇਹ ਕਾਰਾ ਕਰਨਾ ਜੀ। ਚਾਂਦਨੀ ਚੌਂਕ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੂੰ ਇਹੋ ਜਿਹੇ ਪਿੰਜਰੇ ਵਿੱਚ ਉਹਨਾਂ ਲੈ ਕੇ ਆਉਣਾ ਜਿਸ ਪਿੰਜਰੇ 'ਚ ਤਿੱਖੇ ਸੂਏ ਲੱਗੇ ਹੁੰਦੇ ਜੀ, ਤਿੱਖੇ ਸੂਏ ਲੱਗੇ ਹੁੰਦੇ ਜੀ। ਜੇ ਮਹਾਰਾਜ ਖੜੇ ਹੋਣ ਤੇ ਉਹ ਸੂਏ ਸਿਰ 'ਚ ਵੱਜਣ ਜੀ, ਜੇ ਮਹਾਰਾਜ ਢੋਲ ਲਾਉਣ ਤੇ ਉਹ ਸੂਏ ਮਹਾਰਾਜ ਜੀ ਦੇ ਪਿੱਛੇ ਲੱਕ ਵਾਲੇ ਪਾਸੇ ਵੱਜਣ ਜੀ। ਹਾਂਜੀ, ਉਸ ਪਿੰਜਰੇ 'ਚ ਇਹਨਾਂ ਮਹਾਰਾਜ ਨੂੰ ਫਿਰ ਚਾਂਦਨੀ ਚੌਂਕ ਵਿੱਚ ਲੈ ਕੇ ਆਉਣਾ ਤੇ ਗੁਰੂ ਜੀ ਦੇ ਸਾਹਮਣੇ ਗੁਰੂ ਜੀ ਦੇ ਸਿੱਖ ਨੂੰ ਸ਼ਹੀਦ ਕਰਨਾ ਜੀ। ਉਹ ਪ੍ਰਸੰਗ ਆਪਾਂ ਕੱਲ ਨੂੰ ਸਰਵਣ ਕਰਾਂਗੇ। ਬਾਕੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਵਿੱਚ ਤੇ ਰੱਬ 'ਚ ਕੋਈ ਫਰਕ ਨਹੀਂ ਹੈਗਾ ਜੀ। ਮੇਨ ਤੱਤ ਦੀ ਗੱਲ ਅਸੀਂ ਇੱਥੇ ਰੱਖਣੀ, ਉਹ ਤੇ ਆਪ ਪਰਮੇਸ਼ਰ ਨੇ ਜੀ। ਆਓ ਮਹਾਰਾਜ ਦਾ ਹੀ ਬਚਨ ਪੜ੍ਹ ਕੇ ਸਮਾਪਤੀ ਕਰੀਏ। ਜੋ ਪ੍ਰਾਨੀ ਨਿਸ ਦਿਨ ਭਜੈ, ਰੂਪ ਰਾਮ ਤੇ ਜਾਨ, ਹਰ ਜਨ ਹਰ ਅੰਤਰ ਨਹੀਂ, ਨਾਨਕ ਸਾਚੀ ਮਾਨ। ਇਹ ਵੀ ਆਉਣ ਵਾਲੇ ਪ੍ਰਸੰਗਾਂ ਵਿੱਚ ਬਚਨ ਵੀ ਇਹ ਸ਼ਲੋਕ ਮਹਾਰਾਜ ਨੇ ਕਦੋਂ ਉਚਾਰੇ ਜੀ। ਹਾਂਜੀ, ਇਹ ਸਾਰੇ ਬਚਨ ਅਗਲੀ ਕਥਾ ਜਦੋਂ ਆਪਾਂ ਲੜੀਵਾਰ ਸੁਣਦੇ ਆ ਨਾ ਜੀ ਸੰਗਤ ਜੀ, ਫਿਰ ਸਾਰੀਆਂ ਗੱਲਾਂ ਦਾ ਪਤਾ ਲੱਗਦਾ ਜੀ। ਸੋ ਆਪਾਂ ਇਹ ਪ੍ਰਸੰਗ ਬੜੇ ਪਿਆਰ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਸਰਵਣ ਕਰਨੇ ਨੇ। ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ, ਹਰਖ ਸੋਗ ਜਾਂਕੈ ਨਹੀਂ, ਬੈਰੀ ਮੀਤ ਸਮਾਨ। ਨਾ ਕੋਈ ਹਰਖ ਨਾ ਸੋਗ, ਦੁਸ਼ਮਣ ਮਿੱਤਰ ਗੁਰੂ ਸਾਹਿਬ ਵਾਸਤੇ ਬਰਾਬਰ ਹੈਗੇ ਜੀ ਸਾਰੇ ਜੀ। ਹਾਂਜੀ, ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਨ। ਆਓ 2-4 ਮਿੰਟ ਜਿਤਨਾ ਸਮਾਂ ਬਚਿਆ ਹੈ ਬੜੇ ਪ੍ਰੇਮ ਨਾਲ ਵਾਹਿਗੁਰੂ ਵਾਹਿਗੁਰੂ ਜਪ ਕੇ ਖਿਮਾ ਮੰਗੀਏ। ਸਾਰੀ ਸੰਗਤ ਬੜੇ ਪ੍ਰੇਮ ਨਾਲ ਰਸਨਾ ਨੂੰ ਕਰੋ ਪਵਿੱਤਰ ਆਖੋ ਜੀ। ਵਾਹਿਗੁਰੂ 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 ਵਾਹਿਗੁਰੂ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ। ਧੰਨ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦਿੱਲੀ ਦੇ ਵਿੱਚ ਕੀ ਕਲਾ ਵਰਤਾਉਂਦੇ ਨੇ, ਕਿਸ ਤਰੀਕੇ ਦੇ ਨਾਲ ਸੱਚੇ ਪਾਤਸ਼ਾਹ ਨੇ ਠੀਕਰ ਦਲੀਸ ਫੋਰ ਸਿਰ ਪ੍ਰਭਪੁਰ ਕੀਆ ਪਿਆਨ। ਠੀਕਰ ਫੋਰ ਦਲੀਸ ਸਿਰ ਪ੍ਰਭਪੁਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਨ। ਇਹ ਸਾਰੀ ਕਿਰਿਆ ਦੀ ਕਥਾ ਆਪ ਜੀ ਪ੍ਰੇਮ ਸਹਿਤ ਅਗਲੇ ਦਿਨਾਂ ਵਿੱਚ ਸਰਵਣ ਕਰਿਓ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ, ਦਾਸ ਦੀਆਂ ਭੁੱਲਾਂ ਨੂੰ ਮਾਫ ਕਰ ਲੈਣਾ ਜੀ। ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।